किताब तूफाना दा शाह असवार शहीद करतार सिंह सराभा। लेखक सरदार अजमेर सिंह। भाग 32वां। आवाज़ भाई गुरजंट सिंह रूपोवाली। फिरोजपुर दा उदास बिरतांत। सराभा लाहौर पुज्जा। निचोड़ ते पड़चोल ਅਤੇ ਡਾਕੇ ਤੇ ਬੰਗਾਲੀ ਚਰਿੱਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰੋਜ਼ਪੁਰ ਦਾ ਉਦਾਸ ਬਿਰਤਾਂਤ। ਬਾਅਦ ਵਿੱਚ ਗਦਰੀਆਂ ਉੱਤੇ ਚੱਲੇ ਮੁਕੱਦਮਿਆਂ ਦੀਆਂ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਰਾਜ ਦੇ ਵਫਾਦਾਰ ਕੁਝ ਸਿਪਾਹੀਆਂ ਨੂੰ ਕਰਤਾਰ ਸਿੰਘ ਸਰਾਭਾ ਦੇ ਫਿਰੋਜ਼ਪੁਰ ਛਾਉਣੀ ਅੰਦਰ ਆਉਣ ਜਾਣ ਅਤੇ 26 ਨੰਬਰ ਰੈਜੀਮੈਂਟ ਦੇ ਸਿਪਾਹੀਆਂ ਨੂੰ ਮਿਲਣ ਬਾਰੇ ਜਨਵਰੀ ਦੇ ਮਹੀਨੇ ਵਿੱਚ ਹੀ ਸ਼ੱਕ ਖੜਾ ਹੋ ਗਿਆ ਸੀ। ਉਹਨਾਂ ਨੇ ਰੈਜੀਮੈਂਟ ਦੇ ਅਫਸਰ ਕੈਪਟਨ ਕਾਰਗਿਲ ਕੋਲ ਇਸ ਦੀ ਚੁਗਲੀ ਕਰ ਦਿੱਤੀ ਸੀ। ਕੈਪਟਨ ਨੇ ਜਦੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਇੱਕ ਸਾਧੂ ਰਾਤ ਨੂੰ ਚੋਰੀ ਛੁਪੇ ਬਾਰਕਾਂ ਵਿੱਚ ਆਉਂਦਾ ਹੈ ਅਤੇ 26 ਨੰਬਰ ਰੈਜੀਮੈਂਟ ਦੇ 8-9 ਸਿਪਾਹੀਆਂ ਨੂੰ ਮਿਲਦਾ ਹੈ। ਇਹ ਸਾਧੂ ਕੋਈ ਹੋਰ ਨਹੀਂ, ਭਾਈ ਕਰਤਾਰ ਸਿੰਘ ਸਰਾਭਾ ਹੀ ਸੀ। ਇਸ ਤਰ੍ਹਾਂ ਅਫਸਰਾਂ ਨੇ ਸ਼ੱਕੀ ਸਿਪਾਹੀਆਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਤਿਆਤ ਵਜੋਂ ਮੈਗਜ਼ੀਨ ਉੱਤੇ ਡਿਊਟੀ ਡਬਲ ਕਰ ਦਿੱਤੀ ਗਈ ਸੀ, ਪਰ ਉਦੋਂ ਤੱਕ ਰੈਜੀਮੈਂਟ ਦੇ ਅਫਸਰਾਂ ਨੂੰ ਬਗਾਵਤ ਦੀ ਯੋਜਨਾ ਦਾ ਕੋਈ ਪਤਾ ਨਹੀਂ ਸੀ। 19 ਫਰਵਰੀ ਨੂੰ ਜਿਉਂ ਹੀ ਉਹਨਾਂ ਨੂੰ ਗਦਰੀਆਂ ਵੱਲੋਂ ਉਸੇ ਹੀ ਰਾਤ ਨੂੰ ਬਗਾਵਤ ਕਰਨ ਦੀ ਯੋਜਨਾ ਬਾਰੇ ਤਾਰ ਰਾਹੀਂ ਸੂਚਨਾ ਮਿਲੀ ਤਾਂ ਉਹਨਾਂ ਉਸੇ ਵੇਲੇ 26ਵੀਂ ਰੈਜੀਮੈਂਟ ਦੇ ਤਕਰੀਬਨ 9 ਸਿਪਾਹੀਆਂ ਹਰਨਾਮ ਸਿੰਘ, ਕਾਲਾ ਸਿੰਘਾ, ਕਿਰਪਾ ਸਿੰਘ, ਫੁੰਮਣ ਸਿੰਘ, ਲਾਭ ਸਿੰਘ, ਤੇਜਾ ਸਿੰਘ, ਈਸ਼ਰ ਸਿੰਘ, ਖੁਸ਼ਹਾਲ ਸਿੰਘ, ਮੱਘਰ ਸਿੰਘ ਆਦਿ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਹਨਾਂ ਚੋਂ 5 ਜਣਿਆਂ ਨੂੰ ਉਸੇ ਵੇਲੇ ਸੂਬੇਦਾਰ ਮਵਾਜ਼ ਖਾਨ ਦੀ ਨਿਗਰਾਨੀ ਹੇਠ ਉਹਨਾਂ ਦੇ ਬੋਰੀ ਬਿਸਤਰੇ ਸਮੇਤ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੋਂ ਰਾਤ ਵਾਲੀ ਗੱਡੀ ਤੇ ਘਰਾਂ ਨੂੰ ਵਿਦਾ ਕਰ ਦਿੱਤਾ ਗਿਆ ਸੀ। ਪਰ ਉਹ ਕਿਸੇ ਤਰੀਕੇ ਨਾਲ ਅਫਸਰਾਂ ਨੂੰ ਝਕਾਨੀ ਦੇ ਕੇ ਥੋੜੇ ਹੀ ਚਿਰ ਪਿੱਛੋਂ ਮੁੜ ਛਾਉਣੀ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਏ ਸਨ। ਇਸ ਸਾਰੇ ਘਟਨਾਕ੍ਰਮ ਦੌਰਾਨ ਕਰਤਾਰ ਸਿੰਘ ਸਰਾਭਾ ਦੇ ਨਾਲੋਂ ਨਾਲ ਰਹੇ ਅਨੋਖ ਸਿੰਘ ਨੇ ਬਾਅਦ ਵਿੱਚ ਅਦਾਲਤ ਅੱਗੇ ਗਵਾਹੀ ਦਿੰਦਿਆਂ ਇਹ ਖੁਲਾਸਾ ਕੀਤਾ ਸੀ ਕਿ ਗੱਡੀ ਉੱਤੇ ਚੜ੍ਹਾ ਕੇ ਘਰਾਂ ਨੂੰ ਤੋਰੇ ਗਏ ਬਾਗੀ ਸਿਪਾਹੀਆਂ ਦਾ ਸਟੇਸ਼ਨ ਉੱਤੇ ਹੀ ਕਰਤਾਰ ਸਿੰਘ ਸਰਾਭਾ ਨਾਲ ਮੇਲ ਹੋ ਗਿਆ ਸੀ। ਸਰਾਭੇ ਨੂੰ ਜਦ ਉਹਨਾਂ ਦੱਸਿਆ ਕਿ ਉਹਨਾਂ ਨੂੰ ਫੌਜ ਵਿੱਚੋਂ ਬਰਖਾਸਤ ਕਰਕੇ ਘਰੋਂ ਘਰੀ ਤੋਰਨ ਦੇ ਹੁਕਮ ਜਾਰੀ ਹੋ ਗਏ ਹਨ ਤਾਂ ਇੱਕ ਵਾਰ ਤਾਂ ਸਰਾਭੇ ਨੂੰ ਸਾਰੀ ਖੇਡ ਵਿਗੜ ਗਈ ਜਾਪੀ, ਪਰ ਛੇਤੀ ਹੀ ਉਸਨੇ ਇਰਾਦਾ ਧਾਰ ਲਿਆ ਕਿ ਕੁਝ ਵੀ ਹੋਵੇ ਇਸ ਤਰ੍ਹਾਂ ਹਾਰ ਨਹੀਂ ਮੰਨਣੀ। ਉਸਨੇ ਸਿਪਾਹੀਆਂ ਨੂੰ ਤਕੜੇ ਹੋਣ ਲਈ ਕਿਹਾ ਅਤੇ ਕੁਝ ਵੀ ਹੋ ਜਾਵੇ ਬਗਾਵਤ ਦਾ ਯਤਨ ਇਸ ਪ੍ਰਕਾਰ ਅੱਧ ਵਾਟੇ ਛੱਡ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਸਿਪਾਹੀਆਂ ਦੇ ਹੌਸਲੇ ਧਰਾਏ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਨਾਲ ਪੈਦਾ ਹੋਈ ਨਵੀਂ ਹਾਲਤ ਦੇ ਸਨਮੁਖ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ। ਕਿਰਪਾ ਸਿੰਘ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੱਡੀ ਤੇ ਆਉਣ ਵਾਲੇ ਇਨਕਲਾਬੀਆਂ ਨੂੰ ਸਟੇਸ਼ਨ ਤੋਂ ਛਾਉਣੀ ਤੱਕ ਲਿਆਉਣ ਵਿੱਚ ਮਦਦ ਕਰੇ ਅਤੇ ਫਿਰ ਬਾਰਕਾਂ ਅੰਦਰ ਜਾ ਕੇ ਅੰਦਰ ਦੀ ਸਾਰੀ ਹਾਲਤ ਦੀ ਟੋਹ ਲੈ ਕੇ ਆਵੇ। ਮਿੱਥੇ ਮੁਤਾਬਕ ਇਨਕਲਾਬੀਆਂ ਦਾ ਵੱਡਾ ਦਲ ਫਿਰੋਜ਼ਪੁਰ ਛਾਉਣੀ ਉੱਤੇ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਛਾਉਣੀ ਦੇ ਕਰੀਬ ਇਕੱਠਾ ਹੋ ਗਿਆ ਸੀ। ਇਸ ਦਲ ਵਿੱਚ ਮੰਨੇ ਦੰਨੇ ਗਦਰੀ ਸੂਰਮੇ ਜਿਵੇਂ ਭਾਈ ਗਾਂਧਾ ਸਿੰਘ, ਨਿਧਾਨ ਸਿੰਘ ਚੁੱਗਾ, ਅਰਜਨ ਸਿੰਘ ਖੁਖਰਾਨਾ, ਬੰਤਾ ਸਿੰਘ ਸੰਘਵਾਲ, ਹਰਨਾਮ ਸਿੰਘ ਸਿਆਲ ਕੋਟੀ, ਈਸ਼ਰ ਸਿੰਘ ਢੁੱਡੀ ਕੇ, ਪਾਲਾ ਸਿੰਘ ਢੁੱਡੀ ਕੇ, ਰੂੜ ਸਿੰਘ ਚੂੜ ਚੱਕ, ਉੱਤਮ ਸਿੰਘ ਹਾਂਸ, ਭਾਈ ਰੰਗਾ ਸਿੰਘ ਖੁਰਦਪੁਰ, ਗੁਰਮੁਖ ਸਿੰਘ ਲਲਤੋਂ, ਬੂਟਾ ਸਿੰਘ ਅਕਾਲਗੜ੍ਹ, ਠਾਣਾ ਰਾਏਕੋਟ ਅਤੇ ਭਾਈ ਰਣਧੀਰ ਸਿੰਘ ਸਮੇਤ ਉਹਨਾਂ ਦੇ ਜਥੇ ਦੇ ਮਰ ਮਿਟਣ ਲਈ ਤਤਪਰ 60 ਤੋਂ ਵੱਧ ਸਿੰਘ ਸ਼ਾਮਲ ਸਨ। ਸਿਰਲੱਥ ਸੂਰਮਿਆਂ ਦਾ ਇਹ ਦਲ ਨਵਾਂ ਤੇ ਅਨੋਖਾ ਇਤਿਹਾਸ ਸਿਰਜਣ ਲਈ ਕਮਰ ਕੱਸੇ ਕਰੀ ਖੜਾ ਆਪਣੇ ਬਾਲੇ ਜਰਨੈਲ ਕਰਤਾਰ ਸਿੰਘ ਸਰਾਭਾ ਦੇ ਹੁਕਮ ਦੀ ਬੇਤਾਬੀ ਨਾਲ ਉਡੀਕ ਕਰ ਰਿਹਾ ਸੀ। ਅਨੋਖ ਸਿੰਘ ਤੋਂ ਇਲਾਵਾ ਮੌਕੇ ਤੇ ਇੱਕ ਹੋਰ ਗਵਾਹ ਦੀ ਗਵਾਹੀ ਅਨੁਸਾਰ ਕਰਤਾਰ ਸਿੰਘ ਸਰਾਭਾ ਤੇ 2 ਫੌਜੀ ਜਵਾਨ ਲੁਧਿਆਣੇ ਤੋਂ ਗੱਡੀ ਉੱਤੇ ਆਉਣ ਵਾਲੇ ਬੰਦਿਆਂ ਨੂੰ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੇ ਹੀ ਜਾ ਮਿਲੇ ਸਨ ਅਤੇ ਉਹਨਾਂ ਨੂੰ ਛਾਉਣੀ ਦੇ ਨੇੜੇ ਇੱਕ ਨਵੇਕਲੀ ਜਗ੍ਹਾ ਤੇ ਇਕੱਠਾ ਕੀਤਾ ਗਿਆ ਸੀ। ਦੋਨੋਂ ਸਿਪਾਹੀ ਬਾਕੀ ਦੇ ਦਲ ਨੂੰ ਥੋੜੀ ਦੇਰ ਉੱਥੇ ਹੀ ਰੁਕਣ ਲਈ ਕਹਿ ਕੇ ਆਪ ਅੰਦਰ ਦੀ ਹਾਲਤ ਦੀ ਖਬਰ ਲੈਣ ਲਈ ਚਲੇ ਗਏ ਸਨ। ਜਦੋਂ ਉਹ ਵਾਹਵਾ ਦੇਰ ਨਾ ਮੁੜੇ ਤਾਂ ਕਰਤਾਰ ਸਿੰਘ ਸਰਾਭਾ
ਅਰਜਨ ਸਿੰਘ ਖੁਖਰਾਨਾ, ਬੂਟਾ ਸਿੰਘ, ਗਾਂਧਾ ਸਿੰਘ ਤੇ ਉੱਤਮ ਸਿੰਘ ਹਾਂਸ ਆਪ ਉਹਨਾਂ ਸਿਪਾਹੀਆਂ ਦਾ ਪਤਾ ਕਰਨ ਲਈ ਅੰਦਰ ਗਏ। ਉਹ ਛੇਤੀ ਮੁੜ ਆਏ ਅਤੇ ਦੱਸਿਆ ਕਿ ਕਿਲ੍ਹੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ, ਥੋੜਾ ਚਿਰ ਹੋਰ ਅਟਕਣਾ ਪਵੇਗਾ। ਜਦ ਫਿਰ ਵਾਹਵਾ ਟਾਈਮ ਲੰਘ ਗਿਆ ਤਾਂ ਭਾਈ ਰਣਧੀਰ ਸਿੰਘ ਜੀ ਦੇ ਕਹਿਣ ਤੇ ਕਰਤਾਰ ਸਿੰਘ ਸਰਾਭਾ ਤੇ ਦੂਸਰੇ ਬੰਦੇ ਫਿਰ ਅੰਦਰ ਪਤਾ ਕਰਨ ਗਏ। ਉਹ ਥੋੜੀ ਦੇਰ ਬਾਅਦ ਹੀ ਉਦਾਸ ਚਿਹਰੇ ਲੈ ਕੇ ਵਾਪਸ ਆ ਗਏ ਅਤੇ ਆਉਂਦਿਆਂ ਹੀ ਕਰਤਾਰ ਸਿੰਘ ਸਰਾਭੇ ਨੇ ਸਾਰਿਆਂ ਨੂੰ ਦੱਸ ਦਿੱਤਾ ਕਿ ਦੁਸ਼ਮਣ ਨੂੰ ਬਗਾਵਤ ਦੀ ਪਲਾਨ ਦਾ ਪਤਾ ਲੱਗ ਗਿਆ ਹੈ ਅਤੇ ਮੈਗਜ਼ੀਨ ਤੇ ਗੋਰਿਆਂ ਦੇ ਪਹਿਰੇ ਲਾ ਦਿੱਤੇ ਗਏ ਹਨ। ਇਸ ਕਰਕੇ ਹੁਣ ਕੁਝ ਨਹੀਂ ਹੋ ਸਕਦਾ, ਸਾਰਿਆਂ ਨੂੰ ਬਚ ਬਚਾ ਕੇ ਆਪੋ ਆਪਣੀਆਂ ਥਾਵਾਂ ਤੇ ਮੁੜ ਜਾਣਾ ਚਾਹੀਦਾ ਹੈ। ਪਤਾ ਲੱਗਾ ਹੈ ਕਿ ਅੰਦਰ ਜਾ ਕੇ ਸਰਾਭੇ ਨੇ ਹਾਲਾਤ ਦੇ ਉਲਟ ਦਿਸ਼ਾ ਵਿੱਚ ਕਰਵਟ ਲੈ ਜਾਣ ਦੇ ਬਾਵਜੂਦ ਸਿਪਾਹੀਆਂ ਉੱਤੇ ਜਿਵੇਂ ਕਿਵੇਂ ਇੱਕ ਵਾਰ ਹਮਲਾ ਕਰਨ ਦਾ ਯਤਨ ਕਰ ਲੈਣ ਲਈ ਪੂਰਾ ਜ਼ੋਰ ਪਾਇਆ ਸੀ, ਪਰ ਸਿਪਾਹੀਆਂ ਨੂੰ ਸਾਰੀ ਹਾਲਤ ਸਪਸ਼ਟ ਦਿਖਦੀ ਸੀ। ਇਸ ਕਰਕੇ ਉਹਨਾਂ ਨੇ ਅਜਿਹੀ ਮਾਰ ਕੇ ਬਾਜ਼ੀ ਕਰਨ ਤੋਂ ਮਨਾ ਕਰ ਦਿੱਤਾ ਸੀ। ਗਿਆਨੀ ਹਰਭਜਨ ਸਿੰਘ ਚਮੰਡਾ ਨੇ ਭਾਈ ਰਣਧੀਰ ਸਿੰਘ ਦੇ ਜਥੇ ਦੇ ਨਾਰੰਗਵਾਲ ਤੋਂ ਚੱਲ ਕੇ ਫਿਰੋਜ਼ਪੁਰ ਪਹੁੰਚਣ ਅਤੇ ਉੱਥੋਂ ਨਿਰਾਸ਼ ਹੋ ਕੇ ਮੁੜ ਆਉਣ ਦੀ ਸਾਰੀ ਵਿਥਿਆ ਇਸ ਤਰ੍ਹਾਂ ਬਿਆਨ ਕੀਤੀ ਹੈ। 19 ਤਰੀਕ ਦੀ ਦੁਪਹਿਰ ਤੱਕ ਭਾਈ ਸਾਹਿਬ ਜੀ ਦੇ ਘਰ ਸਭ ਫੌਜਾਂ ਇਕੱਠੀਆਂ ਹੋ ਗਈਆਂ। ਸ਼ਹੀਦੀ ਫੌਜਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਪੰਜਾਂ ਪਿਆਰਿਆਂ ਤੋਂ ਭੁੱਲਾਂ ਬਖਸ਼ਾਈਆਂ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਟੁੱਟ ਵਰਤੀਆਂ। ਕਰਤਾਰ ਸਿੰਘ ਨੇ ਕਿਹਾ ਸੀ ਕਿ ਕਾਲੀ ਪਗੜੀ ਨਾ ਬੰਨਣੀ, ਇਸ ਲਈ ਗੁੱਜਰਵਾਲ ਤੋਂ ਖਾਕੀ ਕੱਪੜੇ ਦਾ 40 ਗਜ ਦਾ ਥਾਨ ਮੰਗਵਾਇਆ ਗਿਆ। ਸਭ ਨੂੰ ਪਾੜ ਕੇ ਗਜ-ਗਜ ਦੇ ਦਿੱਤਾ। ਹਦਾਇਤ ਕਰ ਦਿੱਤੀ ਜਦੋਂ ਗਦਰ ਕਰਨ ਲਈ ਅਮਲ ਦੇ ਮੈਦਾਨ ਵਿੱਚ ਨਿਤਰਨ ਲੱਗਣ ਤਾਂ ਸਭਨਾਂ ਨੇ ਆਪਣੀ ਕਾਲੀ ਪਗੜੀ ਉੱਪਰ ਇਸ ਨੂੰ ਰੁਮਾਲ ਦੀ ਤਰ੍ਹਾਂ ਬੰਨ੍ਹ ਲੈਣਾ ਹੈ। ਦੁਪਹਿਰ ਤੋਂ ਮਗਰੋਂ ਅਰਦਾਸਾ ਸੋਧ ਕੇ ਸਾਰੇ ਕੌਮੀ ਪਰਵਾਨੇ ਭਾਈ ਸਾਹਿਬ ਜੀ ਦੀ ਅਗਵਾਈ ਹੇਠ ਜੈਕਾਰੇ ਗੁਜਾਉਂਦੇ ਤੇ ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਮੁੱਲਾਂਪੁਰ ਦੇ ਸਟੇਸ਼ਨ ਵੱਲ ਰਵਾਨਾ ਹੋ ਗਏ। ਉੱਥੇ ਭਾਈ ਉੱਤਮ ਸਿੰਘ ਹਾਂਸ ਕਲਾਂ, ਈਸ਼ਰ ਸਿੰਘ ਢੁੱਡੀਕੇ ਤੇ ਰੰਗਾ ਸਿੰਘ ਵੀ ਸਾਨੂੰ ਰਾਹ ਵਿੱਚ ਹੀ ਮਿਲ ਗਏ। ਜਦੋਂ ਗੱਡੀ ਮੁੱਲਾਂਪੁਰ ਦੇ ਸਟੇਸ਼ਨ ਉੱਤੇ ਆਈ ਤਾਂ ਅਸੀਂ ਸਾਰੇ ਫਿਰੋਜ਼ਪੁਰ ਛਾਉਣੀ ਜਾਣ ਲਈ ਇਸ ਵਿੱਚ ਸਵਾਰ ਹੋ ਗਏ। ਰਸਤੇ ਵਿੱਚ ਸਾਰੇ ਰਾਹ ਚੌਪਾਈ ਦਾ ਕੀਰਤਨ ਹੁੰਦਾ ਗਿਆ। ਸਭਨਾਂ ਨੂੰ ਸ਼ਹੀਦੀ ਪ੍ਰਾਪਤ ਕਰਨ ਦਾ ਤੇ ਮਰਨ ਦਾ ਚਾਅ ਸੀ। ਮੌਤ ਦਾ ਕਿਸੇ ਨੂੰ ਰੰਚਕ ਮਾਤਰ ਵੀ ਡਰ ਭੈ ਨਹੀਂ ਆ ਰਿਹਾ ਸੀ। ਸਾਰੇ ਬੇਪਰਵਾਹ ਹੋਏ ਆਪਣੀ ਮਸਤੀ ਵਿੱਚ ਗਾਉਂਦੇ ਹੋਏ ਆਪਣੇ ਨਿਸ਼ਾਨੇ ਵੱਲ ਤੁਰੇ ਜਾ ਰਹੇ ਸਨ। ਮੈਂ ਇਸ ਮੌਕੇ ਗਦਰ ਦੀ ਗੂੰਜ, ਜਿਹੜੀਆਂ ਮੈਨੂੰ ਜ਼ਬਾਨੀ ਯਾਦ ਸਨ, ਦੀਆਂ ਕਈ ਕਵਿਤਾਵਾਂ ਮੋਗੇ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ ਤੱਕ ਉੱਚੀ ਉੱਚੀ ਪੜ੍ਹ ਕੇ ਸੁਣਾਉਂਦਾ ਰਿਹਾ। ਰਸਤੇ ਵਿੱਚ ਜਗਰਾਉਂ, ਅਜੀਤਵਾਲ, ਮੋਗਾ, ਤਲਵੰਡੀ ਆਦਿ ਰੇਲਵੇ ਸਟੇਸ਼ਨਾਂ ਤੋਂ ਹੋਰ ਵੀ ਕਈ ਸਾਥੀ ਨਾਲ ਰਲ ਗਏ। ਇਸ ਸਾਰੇ ਜਥੇ ਦੀ ਗਿਣਤੀ 50 ਤੋਂ ਵਧੇਕ ਹੋ ਗਈ। ਜਦੋਂ ਅਸੀਂ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੇ ਉਤਰ ਕੇ ਬਾਹਰ ਨਿਕਲੇ ਤਾਂ ਉੱਥੇ ਇੱਕ ਟਾਹਲੀ ਦੇ ਦਰਖਤ ਹੇਠਾਂ ਸਾਡਾ ਸਵਾਗਤ ਕਰਨ ਲਈ ਕਰਤਾਰ ਸਿੰਘ ਸਰਾਭਾ ਖਲੋਤਾ ਹੋਇਆ ਸੀ। ਉਹ ਚੁੱਪ ਚੁਪਾਤਾ ਇਸ਼ਾਰੇ ਨਾਲ ਹੀ ਸਾਨੂੰ ਆਪਣੇ ਮਗਰੇ ਲੈ ਕੇ ਗੋਰਿਆਂ ਦੀਆਂ ਬਾਰਕਾਂ ਵਿੱਚੋਂ ਦੀ ਹੁੰਦਾ ਹੋਇਆ ਉਸ ਥਾਂ ਲੈ ਗਿਆ ਜਿੱਥੇ ਸਾਰੀ ਤਿਆਰੀ ਕਰਕੇ ਕਿਲ੍ਹੇ ਉੱਪਰ ਧਾਵਾ ਬੋਲਣਾ ਸੀ। ਕਰਤਾਰ ਸਿੰਘ ਨੇ ਸਾਨੂੰ ਇੱਕ ਥਾਂ ਇਕੱਠੇ ਹੋ ਕੇ ਬੈਠਣ ਲਈ ਕਿਹਾ। ਸੁੰਨਸਾਨ ਥਾਂ ਸੀ ਤੇ ਸਭਨੀ ਪਾਸੀਂ ਰੇਤ ਦੇ ਟਿੱਬੇ, ਕਾਨਿਆਂ ਦੇ ਬੂਝੇ ਜਾਂ ਸਰਕੜੇ ਦੇ ਝੁੰਡ ਸਨ। ਹੋਰ ਵੀ ਕਿਤਨੇ ਹੀ ਸਾਥੀ ਇੱਥੇ ਪਹੁੰਚ ਗਏ। ਸਾਡੀ ਗਿਣਤੀ 150 ਤੋਂ ਵੱਧ ਹੋ ਗਈ। ਸਾਨੂੰ ਸਾਰਿਆਂ ਨੂੰ ਇੱਥੇ ਬਿਠਾ ਕੇ ਕਰਤਾਰ ਸਿੰਘ ਆਪ ਕਿਲ੍ਹੇ ਵੱਲ ਚਲਾ ਗਿਆ। ਉਸਨੇ ਕਿਹਾ ਸੀ ਕਿ ਪਿਸਤੌਲ ਤੇ ਬੰਦੂਕਾਂ ਆਦਿ ਲੈ ਕੇ ਮੈਂ ਹੁਣੇ ਆਉਂਦਾ ਹਾਂ, ਪਰ ਉਹ ਬਹੁਤ ਦੇਰ ਤੱਕ ਵਾਪਸ ਨਾ ਮੁੜਿਆ। ਸਾਰੇ ਸਿੰਘ ਉਸ ਦੀ ਉਡੀਕ ਬੜੀ ਤੀਬਰਤਾ ਨਾਲ ਕਰ ਰਹੇ ਸਨ। ਸਾਡੇ ਵਿੱਚੋਂ ਕਈਆਂ ਕੋਲ ਆਪਣੇ ਤੌਰ ਤੇ ਪਿਸਤੌਲ ਤੇ ਰਿਵਾਲਵਰ ਸਨ। ਕਈ ਤਾਂ ਹੱਥਾਂ ਵਿੱਚ ਪਿਸਤੌਲ ਪਕੜੀ ਉਡੀਕ ਕਰ ਰਹੇ ਸਨ ਕਿ ਸਾਨੂੰ ਕਿਲ੍ਹੇ ਵੱਲ ਵਧਣ ਦਾ ਹੁਕਮ ਕਦੋਂ ਮਿਲਣਾ ਹੈ। ਰਾਤ ਦੇ 12 ਵਜੇ ਧਾਵਾ ਬੋਲਣਾ ਸੀ, ਪਰ ਹੁਣ ਤਾਂ 1 ਵੱਜ ਚੁੱਕਾ ਸੀ। ਕਰਤਾਰ ਸਿੰਘ ਮੁੜ ਕੇ ਨਾ ਆਇਆ। ਸਾਰੇ ਹੈਰਾਨ ਸਨ ਕਿ ਇਤਨੀ ਢਿੱਲ ਕਿਉਂ ਹੋ ਰਹੀ ਹੈ। ਪ੍ਰਸਿੱਧ ਕੌਮੀ ਸ਼ਹੀਦ ਭਾਈ ਗਾਂਧਾ ਸਿੰਘ ਆਪਣੇ ਹੱਥ ਵਿੱਚ ਪਿਸਤੌਲ ਪਕੜੀ ਮੇਰੇ ਕੋਲ ਖੜਾ ਸੀ ਤੇ ਮੁੜ-ਮੁੜ ਕਹਿ ਰਿਹਾ ਸੀ, ਇਤਨੀ ਦੇਰ ਕਿਉਂ ਹੋ ਰਹੀ ਹੈ। 2-2:30 ਵਜੇ ਦੇ ਕਰੀਬ ਸਰਾਭਾ ਸਾਡੇ ਕੋਲ ਆਇਆ। ਉਹ ਬਹੁਤ ਉਦਾਸ ਤੇ ਨਿੰਮੋ ਝੂਣਾ ਸੀ। ਉਸ ਨੇ ਦੁੱਖ ਭਰੇ ਲਫ਼ਜ਼ਾਂ ਵਿੱਚ ਕਿਹਾ, ਭਰਾਵੋ, ਸਾਨੂੰ ਅਸਲਾ ਦੇਣ ਵਾਲੇ ਫੌਜੀ ਸਿਪਾਹੀ ਇਸ ਛਾਉਣੀ ਵਿੱਚੋਂ ਕੱਢ ਕੇ ਬਾਹਰ ਕਰ ਦਿੱਤੇ ਗਏ ਨੇ।
ਇਸ ਲਈ ਕੋਈ ਅਸਲਾ ਨਹੀਂ ਮਿਲ ਸਕਦਾ। ਜਿਨ੍ਹਾਂ ਫੌਜੀਆਂ ਨੇ ਸਾਡੀ ਮਦਦ ਕਰਨੀ ਸੀ ਉਹ ਸਭ ਕੈਦ ਕਰ ਲਏ ਗਏ ਹਨ। ਮਾਲੂਮ ਹੁੰਦਾ ਹੈ ਕਿ ਸਾਡੇ ਪ੍ਰੋਗਰਾਮ ਦਾ, ਗਦਰ ਦੀ ਸਕੀਮ ਦਾ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਹੈ। ਹੁਣ ਕੁਛ ਨਹੀਂ ਹੋ ਸਕਦਾ, ਇਸ ਲਈ ਜਿੱਧਰ ਕਿਸੇ ਨੂੰ ਠੀਕ ਲੱਗਦਾ ਹੈ ਉਧਰ ਨੂੰ ਖਿਸਕ ਜਾਓ। ਕਰਤਾਰ ਸਿੰਘ ਦੇ ਇਸ ਉਦਾਸੀ ਭਰੇ ਅੱਖਰਾਂ ਨੇ ਸਾਡੇ ਸਾਰਿਆਂ ਦੇ ਮਨਾਂ ਉੱਪਰ ਗੜਿਆਂ ਦੀ ਮਾਰ ਜੈਸਾ ਅਸਰ ਕੀਤਾ। ਸਾਨੂੰ ਇਵੇਂ ਮਾਲੂਮ ਹੋਇਆ ਜਿਵੇਂ ਪੱਕੀ ਪਕਾਈ ਸਾਰੀ ਫਸਲ ਤਬਾਹ ਹੋ ਗਈ ਹੋਵੇ। ਮੈਂ ਆਪਣੇ 4-5 ਸਾਥੀਆਂ ਸਮੇਤ ਬਾਕੀ ਦੀ ਰਾਤ ਇੱਕ ਛੱਪਰ ਵਿੱਚ ਗੁਜ਼ਾਰੀ। ਠੰਡ ਬਹੁਤ ਸੀ, ਕੋਰਾ ਪੈ ਰਿਹਾ ਸੀ। ਲੋ ਹੋਣ ਸਾਰ ਸਭਨਾਂ ਨੂੰ ਆਪੋ ਆਪਣਾ ਬਚਾਓ ਕਰਨ ਦਾ ਫਿਕਰ ਪਿਆ। ਮੈਂ ਛੱਪਰ ਤੋਂ ਬਾਹਰ ਨਿਕਲ ਕੇ ਰੇਲ ਲਾਈਨ ਦੇ ਨਾਲ ਤੁਰ ਕੇ ਫੀਮੇ ਕੀ ਖਾਈ ਨਾਮ ਦੇ ਰੇਲਵੇ ਸਟੇਸ਼ਨ ਉੱਤੇ ਜਾ ਰਿਹਾ। ਇੱਥੋਂ ਗੱਡੀ ਵਿੱਚ ਸਵਾਰ ਹੋ ਕੇ 20 ਫਰਵਰੀ ਦੀ ਰਾਤ ਨੂੰ ਮੁੱਲਾਂਪੁਰ ਦੇ ਸਟੇਸ਼ਨ ਤੋਂ ਉਤਰ ਕੇ ਰਾਤੋਂ ਰਾਤ ਚਮਿੰਡੇ ਆ ਗਿਆ। ਗਿਆਨੀ ਚਮਿੰਡਾ ਜੀ ਨੇ ਆਪਣੀ ਹੇਠ ਲਿਖੀ ਕਵਿਤਾ ਵਿੱਚ ਇਸ ਘਟਨਾਕ੍ਰਮ ਦਾ ਭਾਵਪੂਰਤ ਵਰਣਨ ਇੰਜ ਕੀਤਾ ਹੈ। 19 ਫਰਵਰੀ ਦਾ ਦਿਨ, ਰਾਵਲਪਿੰਡੀ, ਲਾਹੌਰ, ਫਿਰੋਜ਼ਪੁਰ ਵਿੱਚ ਫੌਜਾਂ ਤਿਆਰ ਬਰ ਤਿਆਰ ਸਨ ਲੜਨ ਦੇ ਲਈ। ਕਿਰਪਾਲ ਸਿੰਘ ਦਾ ਨਾ ਹੁੰਦਾ ਗਰਕ ਬੇੜਾ, ਡੇਟ ਬਦਲਦੀ ਨਾ ਗਦਰ ਕਰਨ ਦੇ ਲਈ। ਬੂਟਾ ਸਿੰਘ ਨਾ ਛਾਉਣੀਓਂ ਬਾਹਰ ਹੁੰਦੇ, ਫੌਜਾਂ ਤਿਆਰ ਸੀ ਕਿਲੇ ਵਿੱਚ ਵੜਨ ਦੇ ਲਈ। 1 ਵਜੇ ਕਰਤਾਰ ਨੇ ਕਿਹਾ ਆ ਕੇ ਉਥੋਂ ਖਿਸਕੂ ਮੰਤਰ ਪੜ੍ਹਨ ਦੇ ਲਈ। 2 ਵਜੇ ਪੂਰੇ ਗਏ ਖਿੰਡ ਸੂਰੇ, ਜੰਗ ਕਰਨ ਦੇ ਦਿੱਲੀ ਅਰਮਾਨ ਰਹਿ ਗਏ। ਗਾਂਧਾ ਸਿੰਘ ਦੇ ਭਰੇ ਪਸਤੌਲ ਰਹਿ ਗਏ, ਖੰਜਰ ਦਲਾਂ ਦੇ ਵਿੱਚ ਮਿਆਨ ਰਹਿ ਗਏ। ਉੱਤਮ ਸਿੰਘ ਦੇ ਹੱਥ ਦੇ ਆਟੋਮੈਟਿਕ ਖੜਕੇ ਦੜਕਿਓਂ ਬਾਜ ਚੁੱਪ ਚਾਨ ਰਹਿ ਗਏ। ਈਸ਼ਰ ਸਿੰਘ ਦੇ ਭਰੇ ਰਿਵਾਲਵਰ ਵੀ ਸੂਕੇ ਕੂਨਾ ਬੇਜ਼ਬਾਨ ਰਹਿ ਗਏ। ਅਰਜਨ ਵੀਰ ਦੀਆਂ ਬੁੱਕਲਾਂ ਵਿੱਚ ਕਹਿੰਦੇ ਲੋਕੋ ਬੁੱਕਲ ਪ੍ਰਸ਼ਾਰ ਦੇ ਦਾਨ ਰਹਿ ਗਏ। ਰੰਗਾ ਸਿੰਘ ਦੇ ਬਦਲ ਗਏ ਰੰਗ ਉੱਥੇ, ਸਾਥੀ ਹੋਰ ਵੀ ਕਈ ਪਰੇਸ਼ਾਨ ਰਹਿ ਗਏ। ਭਾਰਤ ਵਰਸ਼ ਨਾ ਅਜੇ ਆਜ਼ਾਦ ਹੋਇਆ, ਬੈਠੇ ਸਿਰਾਂ ਦੇ ਉੱਤੇ ਸ਼ੈਤਾਨ ਰਹਿ ਗਏ। ਖੜੇ ਰਹਿ ਗਏ ਜੇਲ੍ਹ ਦੇ ਕਸ਼ਟ ਸਿਰ ਤੇ, ਅੱਖੀਂ ਦੇਖਣੇ ਹਾਂ ਅੰਡੇਮਾਨ ਰਹਿ ਗਏ। ਨਿੱਕੀ ਉਮਰ ਦੇ ਵੀਰ ਕਰਤਾਰ ਸਾਥੀ ਫਾਂਸੀ ਚੜ੍ਹਨ ਦੇ ਲਈ ਜੁਵਾਨ ਰਹਿ ਗਏ। ਜਥੇ ਦੇ ਇੱਕ ਹੋਰ ਅਹਿਮ ਮੈਂਬਰ ਗਿਆਨੀ ਨਾਰ ਸਿੰਘ ਨੇ ਵੀ ਇਸ ਘਟਨਾਕ੍ਰਮ ਦਾ ਬਿਰਤਾਂਤ ਇਸ ਤਰ੍ਹਾਂ ਕੀਤਾ ਹੈ। ਭਾਈ ਸਾਹਿਬ ਆਪਣਾ ਜਥਾ ਲੈ ਕੇ 19 ਤਾਰੀਖ ਸ਼ਾਮ ਦੀ ਗੱਡੀ ਮੁੱਲਾਂਪੁਰ ਸਟੇਸ਼ਨ ਤੋਂ ਸਵਾਰ ਹੋ ਕੇ ਰਾਤ ਦੇ 9 ਵਜੇ ਫਿਰੋਜ਼ਪੁਰ ਛਾਉਣੀ ਸਟੇਸ਼ਨ ਤੇ ਪਹੁੰਚ ਗਏ। ਸਟੇਸ਼ਨ ਤੇ ਕਰਤਾਰ ਸਿੰਘ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਉਸ ਨੇ ਕਿਹਾ ਜੇ ਕੋਈ ਪੁੱਛੇ ਕਿ ਕਿੱਥੇ ਜਾ ਰਹੇ ਹੋ ਤਾਂ ਕਹਿਣਾ ਕਿ ਰਾਤੋਂ ਰਾਤ ਮੁਕਤਸਰ ਪਹੁੰਚਣਾ ਹੈ। ਫਿਰੋਜ਼ਪੁਰ ਵਿੱਚ ਜੋ ਸੱਜਣ ਫੌਜੀਆਂ ਤੋਂ ਬਿਨਾਂ ਬਾਹਰ ਪਿੰਡਾਂ ਤੋਂ ਪਹੁੰਚੇ ਹੋਏ ਸਨ ਉਹਨਾਂ ਦੀ ਗਿਣਤੀ 150 ਤੋਂ ਉੱਪਰ ਹੋਵੇਗੀ। ਇਹਨਾਂ ਵਿੱਚ ਮੋਟਰ ਡਰਾਈਵਰ ਵੀ ਨਾਲ ਸਨ। ਜਿਹੜੇ ਸੱਜਣ ਖਾਸ ਸਨ ਉਹਨਾਂ ਦੇ ਨਾਮ ਇਹ ਹਨ: ਭਾਈ ਉੱਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁੱਡੀਕੇ, ਕਰਤਾਰ ਸਿੰਘ ਸਰਾਭਾ, ਭਾਈ ਰੰਗਾ ਸਿੰਘ, ਭਾਈ ਗਾਂਧਾ ਸਿੰਘ ਆਦਿ। ਵਿਉਂਤ ਇਹ ਸੀ ਕਿ 26 ਨੰਬਰ ਪਲਟਨ ਕਿਲੇ ਫਿਰੋਜ਼ਪੁਰ ਤੇ ਹਮਲਾ ਕਰੇਗੀ। ਉੱਥੋਂ ਜੰਗੀ ਸਮਾਨ ਮੋਟਰਾਂ ਰਾਹੀਂ ਸਾਰੇ ਦੇਸ਼ ਵਿੱਚ ਵੰਡਿਆ ਜਾਵੇਗਾ। ਇੱਕ ਵਾਰ ਛੇੜ ਛਿੜਨ ਨਾਲ ਬੰਗਾਲ ਤੱਕ ਗਦਰ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਸੀ। ਰਾਤ ਦੇ 12 ਵਜੇ ਦਾ ਵਕਤ ਕੰਮ ਸ਼ੁਰੂ ਕਰਨ ਦਾ ਸੀ। ਦੇਸ਼ ਭਗਤ ਪਿੰਡ ਫੱਤੂਵਾਲ ਦੇ ਲਾਗੇ ਜੰਗਲ ਵਿੱਚ ਇਕੱਠੇ ਹੋਏ ਸਨ ਤੇ ਰਾਤ ਨੂੰ ਸੁਨੇਹੇ ਦੀ ਉਡੀਕ ਕਰ ਰਹੇ ਸਨ। ਸਰਾਭੇ ਨੇ ਉੱਥੇ ਆ ਕੇ ਸਾਰੀ ਗੱਲ ਦੱਸੀ। ਉਸ ਵੇਲੇ ਰਾਤ ਦਾ 1 ਵੱਜ ਚੁੱਕਾ ਸੀ। ਫਿਰ ਉੱਥੋਂ ਖਿੰਡ-ਪੁੰਡ ਜਾਣ ਦਾ ਮਤਾ ਪਾਸ ਹੋਇਆ। ਕੁਝ ਸੱਜਣ ਲਾਹੌਰ ਨੂੰ ਚਲੇ ਗਏ ਤੇ ਬਾਕੀ ਹੋਰ ਥਾਈਂ ਚਲੇ ਗਏ। ਜ਼ਿਲ੍ਹਾ ਲੁਧਿਆਣਾ ਦੇ ਸੱਜਣ ਭਾਈ ਰਣਧੀਰ ਸਿੰਘ ਜੀ ਸਮੇਤ ਫੀਮੇ ਕੀ ਖਾਈ ਸਟੇਸ਼ਨ ਤੋਂ ਰੇਲ ਵਿੱਚ ਸਵਾਰ ਹੋ ਕੇ ਵਾਪਸ ਘਰੀਂ ਆ ਗਏ। ਸਰਾਭਾ ਲਾਹੌਰ ਪੁੱਜਾ। ਸਾਰੀਆਂ ਉਮੀਦਾਂ ਖਤਮ ਹੋ ਜਾਣ ਤੋਂ ਬਾਅਦ ਭਾਈ ਕਰਤਾਰ ਸਿੰਘ ਸਰਾਭਾ ਟੁੱਟੇ ਦਿਲ ਨਾਲ ਸਵੇਰੇ ਗੱਡੀ ਚੜ੍ਹ ਕੇ ਲਾਹੌਰ ਚਲਾ ਗਿਆ ਸੀ। ਭਾਈ ਗਾਂਧਾ ਸਿੰਘ, ਅਰਜਨ ਸਿੰਘ, ਬੰਤਾ ਸਿੰਘ ਸੰਘਵਾਲ ਤੇ ਹਰਨਾਮ ਸਿੰਘ ਸਿਆਲਕੋਟੀ ਵੀ ਉਸੇ ਗੱਡੀ ਵਿੱਚ ਲਾਹੌਰ ਚਲੇ ਗਏ ਸਨ। ਲਾਹੌਰ ਜਾ ਕੇ ਸਰਾਭਾ ਸਿੱਧਾ ਰਾਸ ਬਿਹਾਰੀ ਬੋਸ ਦੇ ਗਵਾਲ ਮੰਡੀ ਵਾਲੇ ਟਿਕਾਣੇ ਤੇ ਗਿਆ। ਦੂਸਰੇ ਯੋਧੇ ਹੋਰ ਟਿਕਾਣਿਆਂ ਤੇ ਚਲੇ ਗਏ ਸਨ। ਉਸ ਵੇਲੇ ਰਾਸ ਬਿਹਾਰੀ ਬੜੀ ਉਦਾਸੀ ਦੇ ਆਲਮ ਵਿੱਚ ਮੁਰਦੇ ਦੀ ਤਰ੍ਹਾਂ ਮੰਜੀ ਤੇ ਲੇਟਿਆ ਹੋਇਆ ਸੀ। ਕਰਤਾਰ ਸਿੰਘ ਵੀ ਚੁੱਪਚਾਪ ਉਸ ਦੇ ਨਾਲ ਦੀ ਮੰਜੀ ਤੇ ਮੁੱਧਾ ਪੈ ਗਿਆ। ਦੋਵੇਂ ਮੂੰਹੋਂ ਕੁਝ ਨਹੀਂ ਬੋਲ ਰਹੇ ਸਨ, ਪਰ ਦੋਹਾਂ ਦੀਆਂ ਨਜ਼ਰਾਂ ਤੇ ਚਿਹਰੇ ਦੇ ਹਾਵ ਭਾਵ ਇੱਕ ਦੂਜੇ ਨੂੰ ਸਾਰੀ ਗੱਲ ਕਹਿ ਰਹੇ ਸਨ।
ਕਰਤਾਰ ਸਿੰਘ ਸਰਾਭਾ ਨੇ 3 ਫਰਵਰੀ ਤੋਂ 11 ਫਰਵਰੀ ਤੱਕ 8 ਦਿਨ ਅੰਦਰ ਪੂਰਬ ਦੀਆਂ ਦੂਰ ਦੁਰਾਡੀਆਂ 7 ਛਾਉਣੀਆਂ ਇੱਕੋ ਸਾਹੇ ਗਾਹ ਦਿੱਤੀਆਂ ਸਨ। 12 ਤੋਂ 19 ਫਰਵਰੀ ਤੱਕ 7 ਦਿਨਾਂ ਵਿੱਚ ਉਸ ਨੇ ਲਾਹੌਰ, ਲੁਧਿਆਣਾ ਤੇ ਫਿਰੋਜ਼ਪੁਰ ਵਿਚਕਾਰ ਘੱਟੋ ਘੱਟ 3 ਗੇੜੇ ਲਾ ਦਿੱਤੇ ਸਨ। ਇਹਨਾਂ 2 ਹਫ਼ਤਿਆਂ ਅੰਦਰ ਹੀ ਉਸ ਨੇ ਆਪਣੇ ਸਾਥੀਆਂ ਅਤੇ ਫੌਜ ਦੇ ਸਿਪਾਹੀਆਂ ਨਾਲ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਕੀਤੀਆਂ ਸਨ। ਉਸ ਨੇ ਮਸ਼ੀਨ ਵਾਂਗੂ ਕੰਮ ਕੀਤਾ ਸੀ, ਪਰ ਇੰਨੀ ਭੱਜ ਭਜਾਈ ਦੇ ਬਾਵਜੂਦ ਉਸ ਨੇ ਜਰਾ ਜਿੰਨਾ ਵੀ ਥਕੇਵਾਂ ਨਹੀਂ ਮੰਨਿਆ ਸੀ। ਪਰ ਹੁਣ ਜਦੋਂ ਉਸ ਦੀ ਸਾਰੀ ਮਿਹਨਤ ਅਜਾਈਂ ਚਲੀ ਗਈ ਤਾਂ ਉਸ ਨੂੰ ਥਕੇਵੇਂ ਨੇ ਬੁਰੀ ਤਰ੍ਹਾਂ ਨਿਢਾਲ ਕਰਕੇ ਸੁੱਟ ਦਿੱਤਾ ਸੀ। ਉਸ ਨੂੰ ਲੱਗਿਆ ਜਿਵੇਂ ਉਸ ਨੇ ਕਈ ਜਨਮਾਂ ਤੋਂ ਆਰਾਮ ਨਾ ਕੀਤਾ ਹੋਵੇ। ਉਸ ਦਾ ਸਾਰਾ ਜਿਸਮ ਥਕਾਵਟ ਨਾਲ ਟੁੱਟਣ ਲੱਗ ਪਿਆ ਸੀ। ਉਹ ਕਾਫੀ ਦੇਰ ਇਸੇ ਮੁਦਰਾ ਵਿੱਚ ਪਿਆ ਰਿਹਾ। ਅਖੀਰ ਉਸ ਨੇ ਆਪਣੇ ਮਨ ਨੂੰ ਤਕੜਾ ਕੀਤਾ। ਉਸ ਅੰਦਰ ਭਾਣਾ ਮੰਨਣ ਦਾ ਆਤਮਿਕ ਬਲ ਤੇ ਭਰੋਸਾ ਪੈਦਾ ਹੋ ਗਿਆ ਅਤੇ ਉਸ ਨੇ ਰਾਸ ਬਿਹਾਰੀ ਬੋਸ ਨਾਲ ਰਸਮੀ ਤੌਰ ਤੇ ਦੁੱਖ ਤੇ ਅਫਸੋਸ ਦੇ ਕੁਝ ਲਫ਼ਜ਼ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਮੌਕਾ ਆਉਣ ਤੇ ਫਿਰ ਕਿਸਮਤ ਅਜਮਾਉਣ ਦਾ ਨਿਸ਼ਚਾ ਪ੍ਰਗਟਾਇਆ। ਸਚਿੰਦਰ ਨਾਥ ਸਾਨਿਆਲ ਨੇ ਸਰਾਭੇ ਤੇ ਰਾਸ ਬਿਹਾਰੀ ਦੀ ਉਸ ਵੇਲੇ ਦੀ ਮਨੋ ਅਵਸਥਾ ਦੀ ਕਲਪਨਾ ਕਰਦਿਆਂ ਉਹਨਾਂ ਦੇ ਅਡਿੱਗ ਹੌਸਲੇ ਤੇ ਆਤਮਿਕ ਬਲ ਨੂੰ ਸਲਾਮ ਕਰਦੇ ਹੋਏ ਇਸ ਗੱਲ ਉੱਤੇ ਹਲਕਾ ਜਿਹਾ ਅਫਸੋਸ ਤੇ ਰੋਸ ਵੀ ਜ਼ਾਹਰ ਕੀਤਾ ਕਿ ਏਡੇ ਵੱਡੇ ਮਾਨਸਿਕ ਬਲ ਦੀ ਮਰਜ਼ਾਦਾ ਨੂੰ ਸਮਝਣ ਵਾਲੇ ਸਾਡੇ ਵਿੱਚੋਂ ਕਿੰਨੇ ਕੁ ਲੋਕ ਹਨ। ਉਸ ਦਾ ਇਹ ਕਥਨ ਕਿੰਨਾ ਸੱਚ ਹੈ ਕਿ ਇੱਕ ਬਹਾਦਰ ਦੀ ਇੱਜ਼ਤ ਕਰਨਾ ਬਹਾਦਰ ਹੀ ਜਾਣਦਾ ਹੈ। ਜਿਹੜਾ ਵਿਅਕਤੀ ਕਦੇ ਇਨਕਲਾਬ ਦੇ ਵਿਖੜੇ ਪੈਂਡੇ ਤੇ ਨਹੀਂ ਤੁਰਿਆ ਅਤੇ ਜਿਸ ਨੇ ਕਦੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਹੀਂ ਵੇਖਿਆ, ਉਹ ਇਨਕਲਾਬੀਆਂ ਦੇ ਮਾਨਸਿਕ ਬਲ ਦੀ ਮਰਜ਼ਾਦਾ ਨੂੰ ਨਹੀਂ ਸਮਝ ਸਕਦਾ। ਉਹ ਉਹਨਾਂ ਦਾ ਇਤਿਹਾਸ ਲਿਖਣ ਲੱਗਿਆਂ ਉਹਨਾਂ ਨਾਲ ਇਨਸਾਫ ਨਹੀਂ ਕਰ ਸਕਦਾ। ਸਰਾਭੇ ਤੇ ਰਾਸ ਬਿਹਾਰੀ ਦੋਵਾਂ ਨੂੰ ਪਤਾ ਸੀ ਕਿ ਉਹਨਾਂ ਦਾ ਉੱਥੇ ਹੋਰ ਜ਼ਿਆਦਾ ਚਿਰ ਟਿਕਣਾ ਖਤਰੇ ਤੋਂ ਖਾਲੀ ਨਹੀਂ ਸੀ। ਭਾਈ ਹਰਨਾਮ ਸਿੰਘ ਕੋਟਲਾ ਤੇ ਲਾਲਾ ਰਾਮ ਸ਼ਰਨ ਦਾਸ ਸਰਾਭੇ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਸਨ। ਉਹਨਾਂ ਸਾਰਿਆਂ ਨੇ ਸਲਾਹ ਬਣਾਈ ਕਿ ਰਾਸ ਬਿਹਾਰੀ ਨੂੰ ਰਾਤ ਹੀ ਬਨਾਰਸ ਨੂੰ ਵਿਦਾ ਕਰ ਦਿੱਤਾ ਜਾਵੇ। ਸੋ 20 ਫਰਵਰੀ ਦੀ ਰਾਤ ਨੂੰ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਰਾਸ ਬਿਹਾਰੀ ਬੋਸ ਨੂੰ ਪੰਜਾਬੀ ਲਿਬਾਸ ਪਵਾ ਕੇ ਲਾਹੌਰ ਸਟੇਸ਼ਨ ਤੋਂ ਬਨਾਰਸ ਜਾਣ ਵਾਲੀ ਗੱਡੀ ਵਿੱਚ ਬਿਠਾਏ। ਉਹ ਸੁੱਖ ਸਾਂਦ ਨਾਲ ਅਗਲੇ ਦਿਨ ਬਨਾਰਸ ਆਪਣੇ ਠਿਕਾਣੇ ਤੇ ਪਹੁੰਚ ਗਿਆ। ਰਾਸ ਬਿਹਾਰੀ ਨੂੰ ਪੰਜਾਬ ਵਿੱਚੋਂ ਸੁੱਖੀ ਸਾਂਦੀ ਬਾਹਰ ਕੱਢਣ ਦੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਕੇ ਸਰਾਭੇ ਤੇ ਉਸ ਦੇ ਸਾਥੀਆਂ ਨੇ ਆਪਣੇ ਭਵਿੱਖ ਦੀ ਯੋਜਨਾ ਬਾਰੇ ਸੋਚਣਾ ਸ਼ੁਰੂ ਕੀਤਾ। ਰਾਮ ਸ਼ਰਨ ਦਾਸ ਉਹਨਾਂ ਦੀ ਸਲਾਹ ਨਾਲ ਕਪੂਰਥਲੇ ਨੂੰ ਚਲਾ ਗਿਆ ਸੀ। ਭਾਈ ਹਰਨਾਮ ਸਿੰਘ ਨੇ ਦੱਸਿਆ ਕਿ ਭਾਈ ਜਗਤ ਸਿੰਘ ਸੁਰ ਸਿੰਘੀਏ ਨੇ ਦਦੇਹਰ ਤੋਂ ਮੁੜ ਕੇ ਰਾਤ ਨੂੰ ਮੱਛੀ ਅਹਾਤੇ ਵਾਲੇ ਘਰ ਵਿੱਚ ਆਉਣਾ ਸੀ। ਇਸ ਕਰਕੇ ਉਹ ਵੀ ਰਾਤ ਨੂੰ ਗਵਾਲ ਮੰਡੀ ਵਾਲਾ ਘਰ ਛੱਡ ਕੇ ਉਸੇ ਮਕਾਨ ਵਿੱਚ ਜਾ ਸੁੱਤੇ ਸਨ। ਅਗਲੇ ਦਿਨ 21 ਫਰਵਰੀ ਨੂੰ ਜਗਤ ਸਿੰਘ ਵੀ ਪਹੁੰਚ ਗਿਆ ਸੀ। ਰਾਤ ਨੂੰ ਤਿੰਨਾਂ ਨੇ ਸਲਾਹ ਕੀਤੀ ਕਿ ਹੁਣ ਇੱਥੇ ਫੌਰੀ ਕੁਝ ਵੀ ਕਰ ਸਕਣਾ ਸੰਭਵ ਨਹੀਂ ਲੱਗਦਾ। ਇਸ ਕਰਕੇ ਥੋੜਾ ਚਿਰ ਵਕਤ ਲੰਘਾਉਣ, ਭਵਿੱਖ ਦੀਆਂ ਤਿਆਰੀਆਂ ਕਰਨ ਅਤੇ ਢੁਕਵੇਂ ਮੌਕੇ ਦੀ ਉਡੀਕ ਕਰਨ ਲਈ ਪੱਛਮ ਵਿੱਚ ਸਰਹੱਦ ਦੇ ਆਜ਼ਾਦ ਇਲਾਕਿਆਂ ਵਿੱਚ ਚਲੇ ਜਾਈਏ। ਫਿਰ ਜਦ ਥੋੜਾ ਟਿਕ ਟਕਾ ਹੋ ਜਾਵੇਗਾ ਤਾਂ ਅਗਲੀਆਂ ਕੋਸ਼ਿਸ਼ਾਂ ਕਰਨ ਲਈ ਮੁੜ ਆਵਾਂਗੇ। ਇਹ ਮਨ ਬਣਾ ਕੇ ਰਾਤ ਨੂੰ ਤਿੰਨੋਂ ਜਣੇ ਗੱਡੀ ਚੜ੍ਹ ਕੇ ਲਾਇਲਪੁਰ ਚਲੇ ਗਏ। ਉੱਥੋਂ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਕੋਲੋਂ ਖਰਚ ਪੱਠੇ ਲਈ 100 ਰੁਪਇਆ ਲੈ ਕੇ ਉਹ ਸਰਹੱਦ ਵੱਲ ਨੂੰ ਨਿਕਲ ਤੁਰੇ। ਜਿਸ ਵੇਲੇ ਸਰਾਭਾ ਤੇ ਉਸ ਦੇ 2 ਸਾਥੀ ਲਾਹੌਰ ਵਿੱਚੋਂ ਨਿਕਲੇ ਸਨ ਤਾਂ ਉਸ ਵੇਲੇ ਪੁਲਿਸ ਨੇ ਗਦਰੀਆਂ ਨੂੰ ਫੜਨ ਲਈ ਪੂਰੀ ਵਾਹ ਲਾਈ ਹੋਈ ਸੀ। ਫੜੇ ਗਏ ਗਦਰੀ ਵਰਕਰਾਂ ਦੀ ਤਫਤੀਸ਼ ਦੌਰਾਨ ਪੁਲਿਸ ਨੂੰ ਗਦਰੀਆਂ ਦੇ ਸ਼ਹਿਰ ਅੰਦਰਲੇ ਸਾਰੇ ਅੱਡਿਆਂ ਦਾ ਪਤਾ ਚੱਲ ਗਿਆ ਸੀ। ਪੁਲਿਸ ਉਹਨਾਂ ਅੱਡਿਆਂ ਉੱਤੇ ਪੂਰੀ ਤਾੜ ਰੱਖ ਰਹੀ ਸੀ ਅਤੇ ਆਉਣ ਵਾਲੇ ਵਰਕਰਾਂ ਨੂੰ ਥਾਂ ਦਬੋਚ ਲਿਆ ਜਾਂਦਾ ਸੀ। ਸ਼ਹਿਰ ਅੰਦਰ ਪੁਲਿਸ ਹਰ ਬਾਜ਼ਾਰ, ਚੌਂਕ ਤੇ ਲਾਂਘੇ ਉੱਤੇ ਕਰੜੀ ਨਿਗਰਾਨੀ ਰੱਖ ਰਹੀ ਸੀ। ਸਿੱਖਾਂ ਨੂੰ ਵਿਸ਼ੇਸ਼ ਕਰਕੇ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਉਹਨਾਂ ਨੂੰ ਜਗ੍ਹਾ ਜਗ੍ਹਾ ਰੋਕ ਕੇ ਤਲਾਸ਼ੀਆਂ ਲਈਆਂ ਜਾਂਦੀਆਂ ਸਨ। ਇਸੇ ਹੀ ਚੱਕਰ ਵਿੱਚ 20 ਫਰਵਰੀ ਨੂੰ ਅਨਾਰਕਲੀ ਬਾਜ਼ਾਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰ ਗਈ ਸੀ। 3 ਚੋਟੀ ਦੇ ਗਦਰੀ ਭਾਈ ਅਰਜਨ ਸਿੰਘ ਖੁਖਰਾਨਾ, ਬੰਤਾ ਸਿੰਘ ਸੰਘਵਾਲ ਤੇ ਹਰਨਾਮ ਸਿੰਘ ਸਿਆਲਕੋਟੀ ਤਾਂਗੇ ਵਿੱਚ ਬੈਠੇ ਅਨਾਰਕਲੀ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਬਾਜ਼ਾਰ ਵਿੱਚ ਗਸ਼ਤ ਕਰ ਰਹੀ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਤਲਾਸ਼ੀ ਲੈਣੀ ਚਾਹੀ।
ਭਾਈ ਅਰਜਨ ਸਿੰਘ ਨੇ ਬਚਣ ਦਾ ਹੋਰ ਕੋਈ ਰਾਹ ਨਾ ਦੇਖਦੇ ਹੋਏ ਡੱਬ ਵਿੱਚੋਂ ਪਿਸਤੌਲ ਕੱਢ ਕੇ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ। ਜਦੋਂ ਇੱਕ ਹੌਲਦਾਰ ਨੇ ਉਸ ਵੱਲ ਵਧਣ ਦਾ ਯਤਨ ਕੀਤਾ ਤਾਂ ਉਸਨੇ ਦੂਜੀ ਗੋਲੀ ਉਸਦੇ ਜੜ ਦਿੱਤੀ। ਦੋਵੇਂ ਪੁਲਸੀਏ ਥਾਂ ਦਮ ਤੋੜ ਗਏ। ਤਿੰਨੇ ਗਦਰੀ ਸੂਰਮੇ ਮੌਕਾ ਬਚਾ ਕੇ ਉੱਥੋਂ ਭੱਜ ਨਿਕਲੇ। ਥੋੜੀ ਦੂਰ ਜਾ ਕੇ ਅਰਜਨ ਸਿੰਘ ਇੱਕ ਨਲਕਾ ਗੇੜ ਕੇ ਪਾਣੀ ਪੀਣ ਲੱਗ ਪਿਆ। ਨੇੜੇ ਖੜੇ ਇੱਕ ਬਦਮਾਸ਼ ਨੇ ਉਸ ਨੂੰ ਪਿੱਛੋਂ ਪੈਰਾਂ ਤੋਂ ਖਿੱਚ ਕੇ ਹੇਠਾਂ ਸੁੱਟ ਲਿਆ। ਇੰਨੇ ਨੂੰ ਪੁਲਿਸ ਵੀ ਆ ਗਈ। ਇਸ ਤਰ੍ਹਾਂ ਭਾਈ ਅਰਜਨ ਸਿੰਘ ਤਾਂ ਫੜਿਆ ਗਿਆ, ਪਰ ਦੂਜੇ ਦੋਨੋਂ ਗਦਰੀ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਇਸੇ ਤਰੀਕੇ ਨਾਲ ਸਾਰੇ ਪੰਜਾਬ ਵਿੱਚ ਹੀ ਗਦਰੀਆਂ ਦੀਆਂ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਗਿਆ ਸੀ, ਜਿਸ ਵਿੱਚ ਥੋੜੇ ਸਮੇਂ ਅੰਦਰ ਬਹੁਤ ਸਾਰੇ ਨਾਮੀ ਗਦਰੀ ਫੜ ਲਏ ਗਏ ਸਨ। ਅਜਿਹੀ ਹਾਲਤ ਵਿੱਚ ਵੀ ਜੇਕਰ ਸਰਾਭਾ ਅਤੇ ਉਸਦੇ ਦੂਸਰੇ ਸਾਥੀ ਲਾਹੌਰ ਵਿੱਚ 2 ਦਿਨ ਸੁੱਖ ਸਾਂਦ ਨਾਲ ਕੱਟ ਗਏ ਸਨ ਅਤੇ ਫਿਰ ਗੱਡੀ ਚੜ੍ਹ ਕੇ ਸਹੀ ਸਲਾਮਤ ਲਾਹੌਰ ਤੋਂ ਬਾਹਰ ਨਿਕਲ ਜਾਣ ਵਿੱਚ ਸਫਲ ਹੋ ਗਏ ਸਨ, ਤਾਂ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਨਿਚੋੜ ਤੇ ਪੜਚੋਲ। ਗਦਰ ਲਹਿਰ ਦੀ ਦੁਖਦਾਈ ਹਾਰ ਬਾਰੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ। ਅਲੱਗ-ਅਲੱਗ ਵਿਦਵਾਨਾਂ ਤੇ ਲੇਖਕਾਂ ਨੇ ਆਪੋ ਆਪਣੀ ਮੱਤ ਤੇ ਵਿਚਾਰਧਾਰਕ ਝੁਕਾਅ ਮੁਤਾਬਕ ਇਸ ਦੇ ਅਲੱਗ-ਅਲੱਗ ਕਾਰਨ ਦਰਸਾਏ ਹਨ, ਪਰ ਕਿਸੇ ਵੀ ਵਿਦਵਾਨ ਨੇ ਇਸ ਵਿੱਚ ਬੰਗਾਲੀਆਂ ਦੇ ਰੋਲ ਦਾ ਖੁੱਭ ਕੇ ਪੜਚੋਲਵਾਂ ਮੁਲਾਂਕਣ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ। ਜ਼ਿਆਦਾ ਕਰਕੇ ਉਹਨਾਂ ਬਾਰੇ ਸ਼ਰਧਾ ਤੇ ਪ੍ਰਸ਼ੰਸਾ ਦੇ ਭਾਵ ਹੀ ਪ੍ਰਗਟਾਏ ਗਏ ਹਨ। ਬੰਗਾਲੀ ਕ੍ਰਾਂਤੀਕਾਰੀਆਂ ਦੀ ਇਨਕਲਾਬੀ ਗੁਣਯੋਗਤਾ ਬਾਰੇ ਬਹੁਤ ਸਾਰੇ ਭਰਮ ਸਿਰਜੇ ਤੇ ਪ੍ਰਚਾਰੇ ਗਏ ਹਨ, ਪਰ ਜੇਕਰ ਸਮੁੱਚੇ ਘਟਨਾਕ੍ਰਮ ਦੀ ਰੌਸ਼ਨੀ ਵਿੱਚ ਰੱਖ ਕੇ ਬੰਗਾਲੀਆਂ ਦੇ ਰੋਲ ਦਾ ਪੜਚੋਲਵਾਂ ਮੁਲਾਂਕਣ ਕੀਤਾ ਜਾਵੇ ਤਾਂ ਉਹਨਾਂ ਵੱਲੋਂ ਗਦਰੀਆਂ ਨੂੰ ਦਿੱਤੇ 2 ਸੁਝਾਵਾਂ, ਜਿਨ੍ਹਾਂ ਦਾ ਜ਼ਿਕਰ ਪਿਛਲੇ ਕਾਂਡ ਦੇ ਸ਼ੁਰੂ ਵਿੱਚ ਕੀਤਾ ਗਿਆ ਹੈ, ਨੂੰ ਗਦਰ ਲਹਿਰ ਦੀ ਹਾਰ ਦੇ ਮੁੱਖ ਕਾਰਨਾਂ ਵਜੋਂ ਦੇਖਣ ਤੇ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ, ਕਿਉਂਕਿ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਬੰਗਾਲੀਆਂ ਨੇ ਪੰਜਾਬ ਦੇ ਗਦਰੀਆਂ ਨੂੰ ਦਸੰਬਰ 1914 ਵਿੱਚ ਬਗਾਵਤ ਕਰਨ ਤੋਂ ਨਾ ਵਰਜਿਆ ਹੁੰਦਾ ਅਤੇ ਜੇਕਰ ਉਸ ਵੇਲੇ ਉਹਨਾਂ ਨੂੰ ਡਾਕੇ ਮਾਰਨ ਦੇ ਕੁਰਾਏ ਨਾ ਪਾਇਆ ਹੁੰਦਾ ਤਾਂ ਨਤੀਜੇ ਇਸ ਨਾਲੋਂ ਕਿਤੇ ਵੱਖਰੇ ਤੇ ਬਿਹਤਰ ਹੁੰਦੇ। ਨੋਟ: ਬਾਬਾ ਸੋਹਣ ਸਿੰਘ ਭਕਨਾ ਨੇ ਡਾਕੇ ਮਾਰਨ ਦੀ ਗਲਤੀ ਨੂੰ ਗਦਰ ਲਹਿਰ ਦੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਕਿਹਾ ਹੈ। ਉਹਨਾਂ ਨੇ ਲਿਖਿਆ ਹੈ, ਸਫਲਤਾ ਜਾਂ ਅਸਫਲਤਾ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੀ ਹੁੰਦਾ। ਹਾਂ, ਇਹ ਗੱਲ ਜ਼ਰੂਰ ਸੀ ਕਿ ਜੇ ਡਾਕੇ ਨਾ ਮਾਰੇ ਜਾਂਦੇ ਤਾਂ ਲੋਕਾਂ ਦੀ ਹਮਦਰਦੀ ਜ਼ਰੂਰ ਦੇਸ਼ ਭਗਤਾਂ ਨਾਲ ਰਹਿੰਦੀ, ਜਿਸ ਦੇ ਕਾਰਨ ਨਾ ਪੁਲਿਸ ਇੰਨੀ ਛੇਤੀ ਸਫਲ ਹੋ ਸਕਦੀ ਤੇ ਨਾ ਹੀ ਲਾਟ ਪੰਜਾਬ ਉਡਵਾਇਰ ਮਨਮਾਨੀ ਕਰ ਸਕਦਾ। ਮੇਰੀ ਰਾਮ ਕਹਾਣੀ, ਬਾਬਾ ਸੋਹਣ ਸਿੰਘ ਭਕਨਾ, ਸਫਾ ਨੰਬਰ 152। ਹੁਣ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ ਕਿ ਉਸ ਵੇਲੇ ਭਾਰਤ ਅੰਦਰ ਅੰਗਰੇਜ਼ੀ ਰਾਜ ਦੀ ਤਕਦੀਰ ਬਹੁਤ ਹੀ ਕੱਚੇ ਧਾਗੇ ਤੇ ਲਟਕੀ ਹੋਈ ਸੀ। ਰੋਲਟ ਰਿਪੋਰਟ ਵਿੱਚ ਇਸ ਦਾ ਪੂਰੀ ਸਾਫ਼ ਗੋਈ ਨਾਲ ਇਕਬਾਲ ਕੀਤਾ ਗਿਆ ਹੈ। ਗਦਰ ਦੇ ਅਸਫਲ ਹੋ ਜਾਣ ਤੋਂ ਬਾਅਦ ਰਿਪੋਰਟ ਵਿੱਚ ਇਹ ਸਾਫ਼ ਮੰਨਿਆ ਗਿਆ ਹੈ ਕਿ ਪੰਜਾਬ ਵਿੱਚ ਗਦਰ ਲਹਿਰ ਵੱਡੇ ਪੈਮਾਨੇ ਉੱਤੇ ਖੂਨ ਖਰਾਬਾ ਕਰਾਉਣੋਂ ਵਾਲਕ ਦੀ ਵਿੱਥ ਭਰ ਉੱਤੇ ਰਹਿ ਗਈ। ਵੇਖਿਆ ਜਾਵੇ ਤਾਂ ਇੱਥੇ ਥੋੜੇ ਜਿਹੇ ਘੰਟਿਆਂ ਦਾ ਹੀ ਫਰਕ ਰਹਿ ਗਿਆ ਸੀ। ਪੁਲਿਸ ਜੇਕਰ ਛਾਉਣੀਆਂ ਵਿੱਚ ਇਤਲਾਹ ਦੇਣ ਵਿੱਚ 3-4 ਕੁ ਘੰਟੇ ਪਛੜ ਜਾਂਦੀ ਤਾਂ ਮੀਆਂ ਮੀਰ ਤੇ ਫਿਰੋਜ਼ਪੁਰ ਵਿੱਚ ਗਦਰੀਆਂ ਨੇ ਪੱਕ ਨਾਲ ਹੀ ਬਗਾਵਤ ਦਾ ਭੜਥੂ ਪਾ ਦੇਣਾ ਸੀ। ਅੰਜਾਮ ਕੀ ਹੁੰਦਾ, ਇਸ ਬਾਰੇ ਪੂਰੇ ਯਕੀਨ ਨਾਲ ਕੁਝ ਕਹਿ ਸਕਣਾ ਸੰਭਵ ਨਹੀਂ ਹੈ, ਪਰ ਇੱਕ ਗੱਲ ਪੂਰੀ ਨਿਸ਼ਚਿੰਤਤਾ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਅਜਿਹਾ ਹੋ ਗਿਆ ਹੁੰਦਾ ਤਾਂ ਅੱਜ ਹਿੰਦੁਸਤਾਨ ਦਾ, ਖਾਸ ਕਰਕੇ ਪੰਜਾਬ ਦਾ ਇਤਿਹਾਸ ਤੇ ਰਾਜਸੀ ਨਕਸ਼ਾ ਹੋਰ ਦਾ ਹੋਰ ਹੋਣਾ ਸੀ। ਬਾਅਦ ਵਿੱਚ ਜਾ ਕੇ ਅੰਗਰੇਜ਼ ਹਾਕਮਾਂ ਨੇ ਇਹ ਗੱਲ ਆਪ ਮੰਨੀ ਸੀ ਕਿ ਜੰਗ ਲੱਗਣ ਕਰਕੇ ਉਹਨਾਂ ਦੀ ਭਾਰਤ ਅੰਦਰ ਹਾਲਤ ਬਹੁਤ ਕਮਜ਼ੋਰ ਹੋ ਗਈ ਸੀ। ਭਾਰਤ ਦੇ ਤਤਕਾਲੀ ਵਾਇਸਰਾਏ ਲਾਰਡ ਹਾਰਡਿੰਗ ਨੇ ਸਾਫ਼ ਮੰਨਿਆ ਸੀ ਕਿ ਇਹਨਾਂ ਮਹੀਨਿਆਂ ਵਿੱਚ ਭਾਰਤ ਦੀ ਅੰਦਰੂਨੀ ਹਾਲਤ ਬਹੁਤ ਖਤਰਨਾਕ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਇਨਕਲਾਬੀਆਂ ਨੂੰ ਸਾਡੀ ਉਸ ਫੌਜੀ ਕਮਜ਼ੋਰੀ ਦਾ ਪਤਾ ਲੱਗ ਚੁੱਕਾ ਸੀ ਜੋ ਫੌਜਾਂ ਨੂੰ ਬਾਹਰ ਭੇਜਣ ਤੋਂ ਸਾਡੀ ਤਾਕਤ ਵਿੱਚ ਆ ਗਈ ਸੀ। ਫੌਜੀ ਅਫਸਰਾਂ ਨੂੰ 19 ਫਰਵਰੀ ਨੂੰ ਹੋਣ ਜਾ ਰਹੀ ਬਗਾਵਤ ਬਾਰੇ ਇਤਲਾਹ ਮਿਲ ਜਾਣ ਦੇ ਬਾਵਜੂਦ ਜੇਕਰ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀ 19 ਫਰਵਰੀ ਦੀ ਰਾਤ ਨੂੰ ਵੀ
ਫਿਰੋਜ਼ਪੁਰ ਛਾਉਣੀ ਦੀਆਂ ਬੈਰਕਾਂ ਦੇ ਅੰਦਰ ਜਾ ਕੇ ਸਹੀ ਸਲਾਮਤ ਮੁੜ ਆਏ ਸਨ ਅਤੇ 19 ਤੋਂ ਬਾਅਦ ਵੀ ਜੇਕਰ ਭਾਈ ਪ੍ਰੇਮ ਸਿੰਘ ਸੁਰ ਸਿੰਘੀਆ ਮੀਆਂ ਮੀਰ ਦੀ ਛਾਉਣੀ ਅੰਦਰ ਹਫ਼ਤਾ ਭਰ ਨਿੱਤ ਵਾਂਗੂ ਆਉਂਦਾ ਜਾਂਦਾ ਤੇ 23ਵੇਂ ਰਸਾਲੇ ਦੇ ਜਵਾਨਾਂ ਨਾਲ ਮੀਟਿੰਗਾਂ ਕਰਦਾ ਰਿਹਾ ਸੀ, ਤਾਂ ਇਸ ਤੋਂ ਅੰਗਰੇਜ਼ੀ ਰਾਜ ਦੀ ਕਮਜ਼ੋਰੀ ਸਪਸ਼ਟ ਪ੍ਰਗਟ ਹੋ ਜਾਂਦੀ ਹੈ। ਗਦਰੀ ਆਗੂਆਂ ਨੂੰ ਹਾਲਤ ਦੇ ਇਸ ਪਹਿਲੂ ਦੀ ਬਹੁਤ ਡੂੰਘੀ ਤੇ ਨਿਖਰਵੀਂ ਸਮਝ ਪੈ ਗਈ ਸੀ। ਇਸ ਦੀ ਤੁਲਨਾ ਵਿੱਚ ਬੰਗਾਲੀਆਂ ਦਾ ਇਸ ਪੱਖ ਵੱਲ ਪਹਿਲਾਂ ਤਾਂ ਧਿਆਨ ਹੀ ਨਹੀਂ ਗਿਆ ਸੀ। ਸਾਨੇਵਾਲ ਨੇ ਇਕਬਾਲ ਕੀਤਾ ਹੈ ਕਿ ਯੁੱਧ ਨੀਤੀ ਤੋਂ ਅਸੀਂ ਬਿਲਕੁਲ ਅਣਜਾਣ ਸੀ ਅਤੇ ਇਸ ਪਾਸੇ ਜਿੱਦਾਂ ਦੀ ਸਿੱਖਿਆ ਦਾ ਪ੍ਰਬੰਧ ਕਰਨ ਦੀ ਲੋੜ ਸੀ ਉਹ ਅਸੀਂ ਨਹੀਂ ਸੀ ਕੀਤਾ। ਕਾਰਨ ਇਹ ਕਿ ਜਰਮਨ ਯੁੱਧ ਇੰਨੀ ਜਲਦੀ ਛਿੜ ਜਾਵੇਗਾ ਅਤੇ ਇੰਨੀ ਜਲਦੀ ਖੁੱਲ੍ਹੇ ਰੂਪ ਵਿੱਚ ਗਦਰ ਸ਼ੁਰੂ ਕਰਨਾ ਹੋਵੇਗਾ, ਇਹ ਅਸੀਂ ਪਹਿਲਾਂ ਸਮਝ ਨਹੀਂ ਸੀ ਸਕੇ। ਜਦੋਂ ਗਦਰੀਆਂ ਨੂੰ ਮਿਲ ਕੇ ਉਹਨਾਂ ਨੂੰ ਇਸ ਦਾ ਅੱਧ ਪਚਤ ਦਾ ਅਹਿਸਾਸ ਹੋ ਗਿਆ ਸੀ ਤਾਂ ਉਸ ਵੇਲੇ ਵੀ ਉਹਨਾਂ ਦੀ ਹਿੰਦੂ ਰਾਸ਼ਟਰਵਾਦੀ ਦ੍ਰਿਸ਼ਟੀ ਨੇ ਉਹਨਾਂ ਦੀ ਇਸ ਹਾਲਤ ਦਾ ਫਾਇਦਾ ਉਠਾਉਣ ਦੀ ਸਮਰੱਥਾ ਨਸਿੱਤੀ ਕਰ ਦਿੱਤੀ ਸੀ। ਉਹਨਾਂ ਦੀ ਅਖੰਡ ਭਾਰਤ ਦੀ ਧਾਰਨਾ ਨੇ ਭਾਰਤ ਦੀਆਂ ਸਮਾਜੀ ਤੇ ਸੱਭਿਆਚਾਰਕ ਹਕੀਕਤਾਂ ਬਾਰੇ ਉਹਨਾਂ ਦੀ ਨਜ਼ਰ ਧੁੰਦਲੀ ਕਰ ਦਿੱਤੀ ਸੀ। ਪੰਜਾਬ ਦੇ ਗਦਰੀਆਂ ਨੂੰ ਕਾਹਲੀ ਤੋਂ ਵਰਜਣ ਪਿੱਛੇ ਉਹਨਾਂ ਦੀ ਵੱਡੀ ਇਹ ਦਲੀਲ ਸੀ ਕਿ ਥੋੜੇ ਹੀ ਚਿਰ ਵਿੱਚ ਬੰਗਾਲ ਵੀ ਪੰਜਾਬ ਵਾਂਗੂ ਬਗਾਵਤ ਲਈ ਤਿਆਰ ਹੋ ਜਾਵੇਗਾ। ਪਰ ਅਮਲ ਨੇ ਸਾਫ਼ ਦਿਖਾ ਦਿੱਤਾ ਕਿ ਉਹਨਾਂ ਦੀ ਇਹ ਉਮੀਦ ਨਿਰੀ ਖੁਸ਼ਫਹਿਮੀ ਹੀ ਸਾਬਤ ਹੋਈ। ਬੰਗਾਲੀਆਂ ਨੇ ਪੰਜਾਬ ਦੇ ਗਦਰੀਆਂ ਤੋਂ ਉਤਸ਼ਾਹਤ ਹੋ ਕੇ ਪੂਰਬੀ ਸੰਯੁਕਤ ਪ੍ਰਦੇਸ਼ ਬਿਹਾਰ ਤੇ ਬੰਗਾਲ ਅੰਦਰ ਕੁਝ ਕੁ ਰਾਜਪੂਤ ਰਾਜਮੈਂਟਾਂ ਅੰਦਰ ਕੰਮ ਕਰਨ ਦੇ ਯਤਨ ਜ਼ਰੂਰ ਕੀਤੇ, ਪਰ ਉਹਨਾਂ ਨੂੰ ਕਿਤੇ ਵੀ ਗਿਣਨ ਜੋਗੀ ਸਫਲਤਾ ਹਾਸਲ ਨਾ ਹੋਈ। ਗਦਰ ਲਹਿਰ ਦੀ ਛਾਣਬੀਣ ਕਰਨ ਵਾਲੇ 2 ਗੋਰੇ ਪੁਲਿਸ ਅਫਸਰਾਂ ਨੇ ਆਪਣੀ ਰਿਪੋਰਟ ਵਿੱਚ ਇੱਕ ਜਗ੍ਹਾ ਬੰਗਾਲੀਆਂ ਦੇ ਯਤਨਾਂ ਦੀ ਇੱਕ ਉਦਾਹਰਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਨਾਇਕ ਰਾਓ, ਜਿਹੜਾ ਰਾਸ ਬਿਹਾਰੀ ਬੋਸ ਦਾ ਅਤ ਵਿਸ਼ਵਾਸ ਪਾਤਰ ਸੀ, ਬਨਾਰਸ ਦੇ ਇੱਕ ਪ੍ਰਮੁੱਖ ਅਨਾਰਕਿਸਟ ਜਿਸ ਦਾ ਨਾਮ ਮਨੀ ਲਾਲ ਤ੍ਰਿਵੇਦੀ ਦੱਸਿਆ ਗਿਆ ਹੈ, ਨੂੰ ਉਚੇਚਾ ਰਾਸ ਬਿਹਾਰੀ ਕੋਲ ਲਾਹੌਰ ਲੈ ਕੇ ਆਇਆ ਸੀ ਅਤੇ ਰਾਸ ਬਿਹਾਰੀ ਨੇ ਉਸ ਨੂੰ ਬਗਾਵਤ ਲਈ ਮਿੱਥੀ ਹੋਈ ਤਰੀਕ ਤੇ ਕੁਝ ਝੰਡੇ, ਪ੍ਰਚਾਰ ਲਿਖਤਾਂ, ਬੰਬ ਤੇ ਤਾਰਾਂ ਕੱਟਣ ਵਾਲੇ ਔਜ਼ਾਰ ਆਦਿ ਦੇ ਕੇ ਮੁਲਤਾਨ ਭੇਜਿਆ ਸੀ ਤਾਂ ਕਿ ਉੱਥੇ ਵੀ ਬਗਾਵਤ ਕਰਾਈ ਜਾ ਸਕੇ। ਪਰ ਤ੍ਰਿਵੇਦੀ ਡਰਦਾ ਮਾਰਿਆ ਮੁਲਤਾਨ ਜਾਣ ਦੀ ਬਜਾਏ ਕਿਤੇ ਰਾਹ ਵਿੱਚ ਹੀ ਗਾਇਬ ਹੋ ਗਿਆ ਸੀ। ਉਸ ਦੀ ਕੋਈ ਉੱਗ ਸੁੱਗ ਨਹੀਂ ਮਿਲੀ ਸੀ। ਭਾਵੇਂ ਇਸ ਇੱਕ ਘਟਨਾ ਨੂੰ ਲੈ ਕੇ ਆਮ ਸਿੱਟੇ ਕੱਢਣੇ ਠੀਕ ਨਹੀਂ ਕਹੇ ਜਾ ਸਕਦੇ, ਪਰ ਇੱਕ ਗੱਲ ਤਾਂ ਪ੍ਰਤੱਖ ਹੈ ਕਿ ਬੰਗਾਲੀ ਕਿਸੇ ਇੱਕ ਛਾਉਣੀ ਵਿੱਚ ਵੀ ਕੋਈ ਵੱਡੀ ਹਿਲਜੁਲ ਪੈਦਾ ਨਹੀਂ ਕਰ ਸਕੇ ਸਨ। ਅਜਿਹਾ ਬਿਨਾਂ ਕਾਰਨ ਨਹੀਂ ਹੋਇਆ ਸੀ। ਉਪਰੋਕਤ ਪੁਲਿਸ ਅਫਸਰਾਂ ਨੇ ਆਪਣੀ ਰਿਪੋਰਟ ਵਿੱਚ ਇਸ ਦੇ ਸੱਭਿਆਚਾਰਕ ਕਾਰਨਾਂ ਵੱਲ ਇਸ਼ਾਰਾ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ਸੁੱਚਾ ਸਿੰਘ ਤੇ ਦੂਸਰੇ ਗਦਰੀ ਜਿਸ ਨਿਡਰਤਾ ਨਾਲ ਛਾਉਣੀਆਂ ਵਿੱਚ ਜਾ ਕੇ ਸਿਪਾਹੀਆਂ ਨੂੰ ਬਗਾਵਤ ਲਈ ਉਕਸਾਉਂਦੇ ਸਨ, ਉਸ ਨੂੰ ਵੇਖ ਕੇ ਭਾਰੀ ਆਚਰਜ ਹੁੰਦਾ ਹੈ। ਉਹ ਬਿਨਾਂ ਜਾਣ ਪਛਾਣ ਤੋਂ ਛਾਉਣੀਆਂ ਅੰਦਰ ਜਾ ਕੇ ਜੋ ਵੀ ਸਿਪਾਹੀ ਸਾਹਮਣੇ ਦਿਖਦਾ ਸੀ, ਉਸ ਨੂੰ ਇਨਕਲਾਬ ਦੀ ਸਿੱਖਿਆ ਦੇਣ ਲੱਗ ਪੈਂਦੇ ਸਨ। ਜਦੋਂ ਬਗਾਵਤ ਲਈ ਮਿੱਥੀ ਤਾਰੀਖ ਵਿੱਚ 1 ਜਾਂ 2 ਹਫ਼ਤੇ ਦਾ ਹੀ ਵਕਬਾ ਰਹਿ ਗਿਆ ਸੀ ਤਾਂ ਇੰਨੇ ਥੋੜੇ ਜਿਹੇ ਸਮੇਂ ਵਿੱਚ ਸਿਪਾਹੀਆਂ ਦੇ ਦਿਲਾਂ ਵਿੱਚੋਂ ਅੰਗਰੇਜ਼ੀ ਰਾਜ ਪ੍ਰਤੀ ਵਫਾਦਾਰੀ ਦਾ ਭਾਵ ਖਤਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਜੇਕਰ ਇਹ ਕਾਰਜ ਸਮੇਂ ਸਿਰ ਨੇਪਰੇ ਚਾੜਨਾ ਸੀ ਤਾਂ ਇਸ ਦੇ ਲਈ ਕੇਵਲ ਦਲੇਰਾਨਾ ਤਰੀਕੇ ਹੀ ਕਾਰਗਰ ਹੋ ਸਕਦੇ ਸਨ। ਸ਼ਾਇਦ ਉਹਨਾਂ ਨੂੰ ਇਹ ਯਕੀਨ ਹੁੰਦਾ ਸੀ ਕਿ ਜੇਕਰ ਸਿਪਾਹੀ ਉਹਨਾਂ ਨਾਲ ਚੱਲਣ ਲਈ ਰਜ਼ਾਮੰਦ ਨਹੀਂ ਵੀ ਹੁੰਦੇ ਤਾਂ ਵੀ ਉਹ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਵਾਉਣਗੇ। ਬੰਗਾਲੀਆਂ ਅੰਦਰ ਅਜਿਹੀ ਦਲੇਰੀ ਤੇ ਭਰੋਸਾ ਨਹੀਂ ਦਿਖਿਆ। ਸਾਨੇਵਾਲ ਦੀ ਸਵੈ ਜੀਵਨੀ ਵਿੱਚੋਂ ਪ੍ਰਤੱਖ ਹੋ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਵਾਲਿਆਂ ਦੀ ਰੀਸੇ ਕੁਝ ਥਾਵਾਂ ਤੇ ਛਾਉਣੀਆਂ ਅੰਦਰ ਜਾਣਾ ਤਾਂ ਸ਼ੁਰੂ ਕਰ ਦਿੱਤਾ ਸੀ, ਪਰ ਉਹ ਸਿਪਾਹੀਆਂ ਨਾਲ ਬਹੁਤ ਡਰ ਕੇ ਗੱਲ ਕਰਦੇ ਸਨ। ਉਹ ਪੰਜਾਬ ਵਾਲਿਆਂ ਵਾਂਗੂ ਬੇਧੜਕ ਹੋ ਕੇ ਗੱਲ ਨਹੀਂ ਕਰਦੇ ਸਨ। ਸ਼ਾਇਦ ਇਸ ਕਰਕੇ ਹੀ ਉਹਨਾਂ ਨੂੰ ਬਹੁਤੀ ਸਫਲਤਾ ਹਾਸਲ ਨਹੀਂ ਸੀ ਹੋਈ। ਅਜਿਹੀ ਦਲੇਰੀ ਮਿੱਥ ਕੇ ਨਹੀਂ ਆਉਂਦੀ, ਇਹ ਵਿਰਸੇ ਤੋਂ ਮਿਲਦੀ ਹੈ। ਇਸ ਤੱਥ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ ਕਿ ਬੰਗਾਲੀਆਂ ਦਾ ਇਤਿਹਾਸ ਤੇ ਉਹਨਾਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਰਵਾਇਤਾਂ ਸਿੱਖਾਂ ਨਾਲੋਂ ਬਹੁਤ ਹੀ ਭਿੰਨ ਹਨ। ਬੰਗਾਲ ਦੇ ਇਨਕਲਾਬੀ ਦਲਾਂ ਦੇ ਇੱਕਾ ਦੁੱਕਾ ਵਿਅਕਤੀਆਂ ਅੰਦਰ ਤਾਂ ਕੁਰਬਾਨੀ ਤੇ ਸੂਰਮਗਤੀ ਦਾ ਜਜ਼ਬਾ
ਬਹੁਤ ਪ੍ਰਬਲ ਸੀ। ਵੈਸੇ ਇਹ ਵੀ ਉਹਨਾਂ ਦੀ ਰਾਜਸੀ ਵਿਚਾਰਧਾਰਾ ਦੀ ਪੈਦਾਇਸ਼ ਹੀ ਸੀ, ਪਰ ਇਹ ਬੰਗਾਲ ਦੇ ਸਵਰਨ ਜਾਤੀ ਹਿੰਦੂ ਸਮਾਜ ਦਾ ਸਹਿਜ ਗੁਣ ਨਹੀਂ ਸੀ, ਜਿਵੇਂ ਕਿ ਸਿੱਖਾਂ ਦਾ ਹੈ। ਇਸ ਸੱਚਾਈ ਨੂੰ ਅੱਖੋਂ ਓਹਲੇ ਕਰਨਾ ਬੰਗਾਲੀਆਂ ਦੀ ਵੱਡੀ ਭੁੱਲ ਸੀ, ਪਰ ਇਸ ਦਾ ਖਮਿਆਜ਼ਾ ਸਿੱਖਾਂ ਨੂੰ ਭੁਗਤਣਾ ਪੈ ਗਿਆ ਸੀ। ਡਾਕੇ ਤੇ ਬੰਗਾਲੀ ਚਰਿੱਤਰ। ਇੱਥੇ ਇੱਕ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਬੰਗਾਲੀਆਂ ਨੇ ਗਦਰੀਆਂ ਨੂੰ ਡਾਕੇ ਮਾਰਨ ਦੀ ਕੁਮੱਤ ਕਿਉਂ ਦਿੱਤੀ ਸੀ? ਕੀ ਇਸ ਦੇ ਕਾਰਨ ਨਿਰੇ ਫੌਰੀ ਜਾਂ ਰਾਜਸੀ ਸਨ, ਜਾਂ ਇਸ ਪਿੱਛੇ ਸੱਭਿਆਚਾਰਕ ਦਿਸ਼ਾ ਦ੍ਰਿਸ਼ਟੀ ਵੀ ਕੰਮ ਕਰਦੀ ਸੀ? ਅਮਲ ਵਿੱਚੋਂ ਇਹ ਗੱਲ ਉਗੜ ਕੇ ਸਾਹਮਣੇ ਆ ਗਈ ਸੀ ਕਿ ਬੰਗਾਲੀ ਇਨਕਲਾਬੀਆਂ ਦੀ ਪੈਸੇ ਧੇਲੇ ਬਾਰੇ ਸਮਝ ਤੇ ਪਹੁੰਚ ਪੰਜਾਬ ਦੇ ਗਦਰੀਆਂ ਨਾਲੋਂ ਬਹੁਤ ਵੱਖਰੀ ਸੀ। ਇਸ ਦੇ ਕਾਰਨ ਦੋਵਾਂ ਵਰਗਾਂ ਦੀ ਅਲੱਗ-ਅਲੱਗ ਸੱਭਿਆਚਾਰਕ ਦਿਸ਼ਾ ਦ੍ਰਿਸ਼ਟੀ ਵਿੱਚੋਂ ਲੱਭੇ ਜਾ ਸਕਦੇ ਹਨ। ਇਨਕਲਾਬੀਆਂ ਦੇ ਲੋਕਾਂ ਨਾਲ ਰਿਸ਼ਤੇ ਤੇ ਉਹਨਾਂ ਪ੍ਰਤੀ ਪਹੁੰਚ ਬਾਰੇ ਬੰਗਾਲੀ ਕ੍ਰਾਂਤੀਕਾਰੀਆਂ ਤੇ ਗਦਰੀਆਂ ਵਿੱਚ ਵੱਡਾ ਅੰਤਰ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ, ਬੰਗਾਲੀਆਂ ਨੂੰ ਆਮ ਲੋਕਾਂ ਉੱਤੇ ਬਹੁਤਾ ਭਰੋਸਾ ਨਹੀਂ ਸੀ। ਆਮ ਲੋਕਾਂ ਬਾਰੇ ਉਹਨਾਂ ਦੀ ਧਾਰਨਾ ਸਨਕੀ ਸੀ। ਉਹ ਪੜ੍ਹੇ ਲਿਖੇ ਵਰਗਾਂ ਦੇ ਮਤਵਾਲੇ ਸਨ। ਬੰਗਾਲੀ ਕਲਚਰ ਅੰਦਰ ਸੰਗਤ ਦਾ ਕੋਈ ਸੰਕਲਪ ਨਹੀਂ ਹੈ। ਇਸ ਕਰਕੇ ਬੰਗਾਲੀ ਚਰਿੱਤਰ ਵਿੱਚ ਵਿਅਕਤੀਵਾਦ ਤੇ ਸੁਆਰਥ ਨੂੰ ਉਹਨਾਂ ਮਾੜਾ ਨਹੀਂ ਗਿਣਿਆ ਜਾਂਦਾ। ਇਸੇ ਕਰਕੇ ਹੀ ਉਹਨਾਂ ਵਿੱਚ ਦਾਨ ਦੇਣ ਦੀ ਪ੍ਰਵਿਰਤੀ ਬਹੁਤ ਘੱਟ ਹੈ। ਬੰਗਾਲੀ ਇਨਕਲਾਬੀਆਂ ਨੇ ਇਹ ਤੱਥ ਨਿਝੱਕ ਹੋ ਕੇ ਮੰਨਿਆ ਹੈ ਕਿ ਬੰਗਾਲ ਦੇ ਲੋਕਾਂ ਅੰਦਰ ਇਨਕਲਾਬੀ ਲਹਿਰ ਨੂੰ ਸਵੈ ਇੱਛਾ ਨਾਲ ਦਾਨ ਦੇਣ ਦੀ ਕੋਈ ਪਰੰਪਰਾ ਨਹੀਂ। ਇਸ ਕਰਕੇ ਲਹਿਰ ਦੀਆਂ ਮਾਇਕ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਸਾਹਮਣੇ ਡਾਕੇ ਮਾਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਸਾਨੇਵਾਲ ਨੇ ਜਦੋਂ ਪੰਜਾਬ ਆ ਕੇ ਇਹ ਵੇਖਿਆ ਕਿ ਬਾਹਰੋਂ ਆਏ ਗਦਰੀ ਬਿਨਾਂ ਕਹੇ ਆਪਣੀ ਖੁਸ਼ੀ ਨਾਲ ਹੀ ਪਾਰਟੀ ਨੂੰ ਦਿਲ ਖੋਲ੍ਹ ਕੇ ਡਾਲਰ ਦਾਨ ਕਰ ਰਹੇ ਸਨ, ਤਾਂ ਉਹ ਇੱਕਦਮ ਦੰਗ ਰਹਿ ਗਿਆ ਸੀ। ਉਸ ਨੇ ਬੇਝਿਜਕ ਹੋ ਕੇ ਮੰਨਿਆ ਹੈ ਕਿ ਗਦਰ ਦੇ ਕੰਮ ਵਿੱਚ ਇਹਨਾਂ ਲੋਕਾਂ ਨੂੰ ਮੈਂ ਜਿਸ ਤਰ੍ਹਾਂ ਦਿਲ ਖੋਲ੍ਹ ਕੇ ਆਪਣੀ ਗੂੜੀ ਕਮਾਈ ਚੋਂ ਧਨ ਦਾ ਦਾਨ ਕਰਦਿਆਂ ਦੇਖਿਆ, ਅਜਿਹਾ ਦ੍ਰਿਸ਼ ਬੰਗਾਲ ਵਿੱਚ ਦੇਖਣ ਨੂੰ ਨਹੀਂ ਮਿਲਿਆ। ਅਮਰ ਸਿੰਘ ਰਾਜਪੂਤ ਨੇ ਇੱਕ ਗਵਾਹੀ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਭਾਈ ਜਗਤ ਸਿੰਘ ਸੁਰ ਸਿੰਘੀਏ ਨੇ ਇੱਕ ਮੀਟਿੰਗ ਵਿੱਚ ਇਹ ਰਾਏ ਦਿੱਤੀ ਸੀ ਕਿ ਫੰਡਾਂ ਦੀ ਘਾਟ ਪੂਰੀ ਕਰਨ ਲਈ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਸਾਰਾ ਪੈਸਾ ਪਾਰਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਬੰਗਾਲੀ ਤਾਂ ਅਜਿਹੀ ਗੱਲ ਸੋਚ ਵੀ ਨਹੀਂ ਸਕਦੇ ਸਨ। ਸੋ ਇਹਨਾਂ ਕਾਰਨਾਂ ਕਰਕੇ ਬੰਗਾਲੀ ਇਨਕਲਾਬੀਆਂ ਦੇ ਮਨਾਂ ਵਿੱਚ ਪੈਸੇ ਦੇ ਮਾਮਲੇ ਵਿੱਚ ਅਸੁਰੱਖਿਆ ਦਾ ਸਦੀਵੀ ਭਾਵ ਬਣਿਆ ਰਹਿੰਦਾ ਸੀ। ਉਹਨਾਂ ਦੇ ਸਵੈ ਕਥਨਾਂ ਚੋਂ ਇਹ ਸਚਾਈ ਪ੍ਰਤੱਖ ਉਗੜ ਆਉਂਦੀ ਹੈ। ਸਾਨੇਵਾਲ ਦੀ ਧਾਰਨਾ ਸੀ ਕਿ ਜਦ ਤੱਕ ਬੋਝੇ ਵਿੱਚ ਕਾਫੀ ਰਕਮ ਨਾ ਹੋਵੇ, ਉਦੋਂ ਤੱਕ ਦੂਜਿਆਂ ਦੀਆਂ ਦਿੱਤੀਆਂ ਰੋਟੀਆਂ ਦੇ ਆਸਰੇ ਦੇਸ਼ ਦਾ ਅਤੇ 10 ਭਰਾਵਾਂ ਦਾ ਕੰਮ ਕਰਨ ਲਈ ਤਿਆਰ ਹੋਣਾ ਠੀਕ ਨਹੀਂ। ਜਤਿੰਦਰ ਨਾਥ ਦਾ ਇਹ ਵੀ ਕਹਿਣਾ ਹੈ ਕਿ ਹੱਥ ਵਿੱਚ ਕਾਫੀ ਸਾਰੇ ਰੁਪਏ ਲਏ ਬਿਨਾਂ ਇਸ ਕੰਮ ਵਿੱਚ ਹੱਥ ਪਾਉਣਾ ਠੀਕ ਨਹੀਂ ਹੈ। ਸਾਨੇਵਾਲ ਦਾ ਡਾਕੇ ਮਾਰਨ ਦੀ ਨੀਤੀ ਵਿੱਚ ਵਿਸ਼ਵਾਸ ਇੰਨਾ ਦ੍ਰਿੜ ਸੀ ਕਿ ਬਾਅਦ ਵਿੱਚ ਜਾ ਕੇ ਬਹੁਤ ਸਾਲਾਂ ਦੇ ਵਕਬੇ ਪਿੱਛੋਂ ਵੀ ਜਦੋਂ ਉਹ ਅੰਡੇਮਾਨ ਦੀ ਜੇਲ੍ਹ ਕੱਟ ਕੇ ਬਾਹਰ ਆ ਗਿਆ ਸੀ ਅਤੇ ਜਦੋਂ ਉਸ ਜਥੇਬੰਦੀ ਦੇ ਬਾਕੀ ਮੈਂਬਰ ਅਮਲ ਵਿੱਚੋਂ ਹਾਸਲ ਕੀਤੇ ਨਾਮੁਖੀ ਤਜਰਬੇ ਦੇ ਆਧਾਰ ਤੇ ਡਾਕੇ ਮਾਰਨ ਦੀ ਨੀਤੀ ਦਾ ਤਿਆਗ ਕਰਨ ਦੇ ਮਨ ਬਣਾ ਚੁੱਕੇ ਸਨ, ਤਾਂ ਉਦੋਂ ਵੀ ਸਾਨੇਵਾਲ ਨੇ ਉਸੇ ਜੋਸ਼ ਖਰੋਸ਼ ਨਾਲ ਡਾਕੇ ਮਾਰਨ ਦੀ ਵਜ਼ਾਹਤ ਕੀਤੀ ਸੀ। ਇਸ ਰੌਸ਼ਨੀ ਵਿੱਚ ਵੇਖਿਆਂ ਬੰਗਾਲੀ ਆਗੂਆਂ ਵੱਲੋਂ ਗਦਰੀਆਂ ਨੂੰ ਡਾਕੇ ਮਾਰਨ ਲਈ ਪ੍ਰੇਰਿਤ ਕਰਨ ਦੀ ਕਿਰਿਆ ਸਾਫ਼ ਸਮਝ ਆ ਜਾਂਦੀ ਹੈ। ਇਸ ਤੋਂ ਬੰਗਾਲੀ ਆਗੂਆਂ ਦੇ ਵਿਹਾਰ ਦਾ ਇੱਕ ਹੋਰ ਨਾ ਪੱਖੀ ਪਹਿਲੂ ਵੀ ਉਜਾਗਰ ਹੁੰਦਾ ਹੈ। ਉਹਨਾਂ ਅੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਤਮ ਸਮਝਣ ਦੀ ਭਾਵਨਾ ਤਾਂ ਬਹੁਤੀ ਹੈਰਾਨੀਜਨਕ ਨਹੀਂ। ਸਾਨੇਵਾਲ ਦੀ ਸਵੈ ਜੀਵਨੀ ਵਿੱਚ ਜਗ੍ਹਾ ਜਗ੍ਹਾ ਬੰਗਾਲੀਆਂ ਦੀ ਵਡਿਆਈ ਕੀਤੀ ਗਈ ਹੈ, ਪਰ ਡਾਕਿਆਂ ਬਾਰੇ ਆਪਣੀ ਸਮਝ ਨੂੰ ਗਦਰੀਆਂ ਉੱਤੇ ਜ਼ਬਰਦਸਤੀ ਥੋਪ ਕੇ ਉਹਨਾਂ ਨੇ ਇਹ ਵੀ ਦਿਖਾ ਦਿੱਤਾ ਕਿ ਆਪਣੇ ਰਾਜਸੀ ਸੁਆਰਥ ਲਈ ਉਹ ਦੂਸਰਿਆਂ ਦੇ ਸੱਭਿਆਚਾਰਕ ਸਰੋਕਾਰਾਂ ਬਾਰੇ ਕਿੰਨੇ ਅਸੰਵੇਦਨਸ਼ੀਲ ਤੇ ਬੇਕਿਰਕ ਹੋ ਸਕਦੇ ਹਨ। ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਕਿਸੇ ਸੱਭਿਆਚਾਰ ਦੀਆਂ ਬਰੀਕੀਆਂ ਨੂੰ ਜਾਣੇ ਸਮਝੇ ਬਗੈਰ ਇਨਕਲਾਬੀ ਲਹਿਰ ਨੂੰ ਯੋਗ ਅਗਵਾਈ ਨਹੀਂ ਦਿੱਤੀ ਜਾ ਸਕਦੀ, ਅਤੇ ਜਿੰਨਾ ਵਧੀਆ ਕੋਈ ਆਪਣੇ ਸੱਭਿਆਚਾਰ ਨੂੰ ਸਮਝ ਸਕਦਾ ਹੈ, ਕਿਸੇ ਦੂਸਰੇ ਸੱਭਿਆਚਾਰ ਨੂੰ ਨਹੀਂ ਸਮਝ ਸਕਦਾ।
ਇਸ ਕਰਕੇ ਕਿਸੇ ਕੌਮ ਦੇ ਆਪਣੇ ਆਗੂ ਹੀ ਉਸ ਦੀ ਯੋਗ ਅਗਵਾਈ ਕਰ ਸਕਦੇ ਹਨ। ਪਰਾਈ ਲੀਡਰਸ਼ਿਪ ਇੱਕ ਲਿਹਾਜ਼ ਨਾਲ ਮਿਤਰਾਈ ਹੀ ਹੁੰਦੀ ਹੈ। ਗਦਰੀਆਂ ਦੀ ਤਫਤੀਸ਼ ਕਰਨ ਵਾਲੇ ਦੋ ਆਲਾ ਅਫਸਰਾਂ ਨੇ ਇਹ ਗੱਲ ਉਚੇਚੀ ਨੋਟ ਕੀਤੀ ਹੈ ਕਿ ਬੰਗਾਲੀਆਂ ਨੂੰ ਪੰਜਾਬ ਵਿੱਚ ਡਾਕੇ ਮਾਰਨ ਦੀ ਸਲਾਹ ਦੇਣ ਵੇਲੇ ਪੰਜਾਬ ਦੇ ਕਿਸਾਨ ਦੀ ਮਾਨਸਿਕਤਾ ਦੀ ਸਮਝ ਨਹੀਂ ਸੀ। ਇਸ ਤੋਂ ਇਹ ਸਚਾਈ ਹੋਰ ਪੁਸ਼ਟ ਹੋ ਜਾਂਦੀ ਹੈ ਕਿ ਬੇਗਾਨੇ ਸੱਭਿਆਚਾਰ ਨੂੰ ਸਮਝਣਾ ਕਿੰਨਾ ਔਖਾ ਹੁੰਦਾ ਹੈ। ਬਾਅਦ ਵਿੱਚ ਜਾ ਕੇ ਸਾਨੇਵਾਲ ਵੱਲੋਂ ਸਿੱਖਾਂ ਬਾਰੇ ਪ੍ਰਗਟਾਏ ਇੱਕ ਇਤਰਾਜ਼ ਤੋਂ ਉਪਰੋਕਤ ਸਚਾਈ ਦੀ ਅਸਿੱਧੇ ਢੰਗ ਨਾਲ ਪੁਸ਼ਟੀ ਹੁੰਦੀ ਹੈ। ਸਾਨੇਵਾਲ ਨੂੰ ਸਿੱਖਾਂ ਵਿਰੁੱਧ ਇਹ ਸ਼ਿਕਾਇਤ ਸੀ ਕਿ ਸਿੱਖ ਲੋਕ ਆਪਣੀ ਅਗਵਾਈ ਹੇਠ ਆਪਣੀ ਕੌਮ ਲਈ ਕਿਹੋ ਜਿਹਾ ਅਸੰਭਵ ਕੰਮ ਸੰਭਵ ਕਰ ਦਿਖਾ ਸਕਦੇ ਹਨ। ਦੂਸਰੀ ਕੌਮ ਨਾਲ ਮਿਲ ਕੇ ਰਾਸ਼ਟਰੀ ਅੰਦੋਲਨ ਵਿੱਚ ਉਸ ਭਾਵਨਾ ਨਾਲ ਅਜਿਹਾ ਨਹੀਂ ਕਰਦੇ। ਸਾਨੇਵਾਲ ਦੇ ਇੱਕ ਹੋਰ ਕਥਨ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਦੂਸਰੀ ਕੌਮ ਨਾਲ ਮਿਲ ਕੇ ਕੰਮ ਕਰਨ ਵਿੱਚ ਉਹ ਸਵਾਦ ਨਹੀਂ ਆਉਂਦਾ ਜੋ ਆਪਣੀ ਕੌਮ ਵਿੱਚ ਕੰਮ ਕਰਕੇ ਆਉਂਦਾ ਹੈ। ਜਨਵਰੀ 1915 ਵਿੱਚ ਪੰਜਾਬ ਅੰਦਰ ਇੱਕ ਹਫ਼ਤਾ ਬਿਤਾਉਣ ਤੋਂ ਬਾਅਦ ਜਦੋਂ ਉਹ ਵਾਪਸ ਕਾਂਸੀ ਪਹੁੰਚਿਆ ਤਾਂ ਉਸ ਨੇ ਆਪਣੇ ਉਸ ਵੇਲੇ ਦੇ ਮਨੋਭਾਵਾਂ ਦਾ ਪ੍ਰਗਟਾਵਾ ਇੰਜ ਕੀਤਾ। ਇਸ ਵਾਰ ਪੰਜਾਬ ਤੋਂ ਨਵਾਂ ਉਤਸ਼ਾਹ ਲੈ ਕੇ ਵਾਪਸ ਆਉਣ ਤੇ ਵੀ ਮੈਨੂੰ ਇੰਜ ਲੱਗਾ ਜਿਵੇਂ ਹੁਣ ਤੱਕ ਮੈਂ ਬਹੁਤ ਅਨਾਚਾਰ ਤੇ ਬੇਨਿਯਮਾਂ ਵਿੱਚ ਸਾਂ। ਮੈਂ ਨਹੀਂ ਕਹਿ ਸਕਦਾ ਕਿ ਪੰਜਾਬ ਦੇ ਮੁਕਾਬਲੇ ਕਾਂਸੀ ਕਿੰਨੀ ਸੋਹਣੀ ਅਤੇ ਪਵਿੱਤਰ ਲੱਗੀ। ਮੈਂ ਨਹੀਂ ਕਹਿ ਸਕਦਾ ਅਜਿਹਾ ਕਿਉਂ ਹੋਇਆ, ਪਰ ਇਸ ਵਾਰ ਕਾਂਸੀ ਦੇ ਜਿਹੜੇ ਨਿੱਘੇ ਰੂਪ ਦਾ ਅਨੁਭਵ ਮੈਨੂੰ ਹੋਇਆ ਉਸ ਦਾ ਅਨੁਭਵ ਕਾਂਸੀ ਵਿੱਚ ਚਿਰਾਂ ਤੋਂ ਰਹਿਣ ਤੇ ਵੀ ਨਹੀਂ ਸੀ ਹੋਇਆ। ਸਰੀਰ ਵਿੱਚ ਕਾਂਸੀ ਦੀ ਹਵਾ ਲੱਗਦੇ ਹੀ ਇੰਜ ਮਹਿਸੂਸ ਹੋਇਆ ਕਿ ਬਹੁਤ ਦਿਨਾਂ ਦੀ ਅਪਵਿੱਤਰ ਦੇਹ ਸ਼ੁੱਧ ਹੋ ਗਈ ਹੈ। ਕਾਂਸੀ ਵਿੱਚ ਸਿਰਫ ਇੱਕ ਦਿਨ ਰਹਿਣ ਤੇ ਹੀ ਏਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਬਹੁਤ ਦਿਨਾਂ ਤੋਂ ਦਿਲ ਵਿੱਚ ਪਲ ਰਹੀ ਇੱਕ ਪਛਤਾਵੇ ਦੀ ਭਾਵਨਾ ਦੂਰ ਹੋ ਗਈ ਹੈ। ਕ੍ਰਾਂਤੀ ਦੀ ਤਿਆਰੀ ਵਿਅਰਥ ਹੋ ਜਾਣ ਤੇ ਰਾਸ ਬਿਹਾਰੀ ਜਦੋਂ ਕਾਂਸੀ ਵਾਪਸ ਆਏ ਤਾਂ ਉਹਨਾਂ ਦੇ ਮਨ ਵਿੱਚ ਵੀ ਬਿਲਕੁਲ ਅਜਿਹਾ ਹੀ ਭਾਵ ਸੀ। ਸੋ ਅਸੀਂ ਵੇਖ ਸਕਦੇ ਹਾਂ ਕਿ ਬੰਗਾਲ ਦੇ ਕ੍ਰਾਂਤੀਕਾਰੀਆਂ ਪ੍ਰਤੀ ਸ਼ਰਧਾ ਦੇ ਭਾਵਾਂ ਨੇ ਪੰਜਾਬ ਦੇ ਵਿਦਵਾਨਾਂ ਨੂੰ ਕਿੰਨਾ ਅੰਨਾ ਕਰ ਦਿੱਤਾ ਹੈ। ਉਹਨਾਂ ਨੇ ਆਪਣੀਆਂ ਲਿਖਤਾਂ ਅੰਦਰ ਬੰਗਾਲ ਦੇ ਕ੍ਰਾਂਤੀਕਾਰੀਆਂ ਦੀ ਅਜਿਹੀ ਠੁੱਕ ਬੰਨ੍ਹੀ ਹੈ ਕਿ ਇਹਨਾਂ ਦੇ ਦੋਸ਼ਾਂ ਬਾਰੇ ਗੱਲ ਕਰਨੀ ਗੁਨਾਹ ਸਮਝਿਆ ਜਾਣ ਲੱਗ ਪਿਆ ਹੈ। ਇਸ ਦਾ ਸਭ ਨਾਲੋਂ ਵੱਡਾ ਵਿਚਾਰਧਾਰਕ ਨੁਕਸਾਨ ਇਹ ਹੋਇਆ ਹੈ ਕਿ ਇਸ ਨਾਲ ਨਾ ਸਿਰਫ ਪੰਜਾਬ ਦੇ ਬੌਧਿਕ ਵਰਗ ਸਗੋਂ ਆਮ ਲੋਕਾਂ ਦੇ ਜ਼ਿਹਨ ਅੰਦਰ ਵੀ ਅਖੰਡ ਭਾਰਤ ਦੀ ਧਾਰਨਾ ਡੂੰਘੀਆਂ ਜੜ੍ਹਾਂ ਫੜ ਗਈ ਹੈ। ਇਸ ਨਾਲ ਨਾ ਕੇਵਲ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਦੀਆਂ ਔਕੜਾਂ ਵੱਧ ਗਈਆਂ ਹਨ, ਬਲਕਿ ਪੰਜਾਬ ਦੇ ਸੁਤੰਤਰ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਇਸ ਵਿਚਾਰਧਾਰਕ ਦੁਰਾਚਾਰ ਲਈ ਤਿੰਨ ਤਰ੍ਹਾਂ ਦੇ ਲੋਕ ਦੋਸ਼ੀ ਮੰਨੇ ਜਾ ਸਕਦੇ ਹਨ। ਨੰਬਰ 1, ਆਰੀਆ ਸਮਾਜੀ ਮਾਨਸਿਕਤਾ ਵਾਲੇ ਵਿਦਵਾਨਾਂ ਤੇ ਲੇਖਕਾਂ ਨੇ ਇਹ ਬੌਧਿਕ ਅਨਾਚਾਰ ਆਪਣੀ ਵਿਚਾਰਧਾਰਕ ਨਿਸ਼ਠਾ ਵਿੱਚੋਂ ਸੁਚੇਤ ਰੂਪ ਵਿੱਚ ਕੀਤਾ ਹੈ। ਨੰਬਰ 2, ਵਿਚਾਰਧਾਰਕ ਨਿਰਪੱਖਤਾ ਦੇ ਮੁਦਈ ਕੁਝ ਭਲੇ ਮਾਨਸ ਬੁੱਧੀਜੀਵੀਆਂ ਨੇ ਅਜਿਹੇ ਦੇਸ਼ ਭਗਤੀ ਦੇ ਅੰਨੇ ਜਜ਼ਬੇ ਹੇਠਾਂ ਵਿਚਾਰਧਾਰਕ ਅਗਿਆਨਤਾ ਜਾਂ ਅਣਜਾਣਤਾ ਚੋਂ ਕੀਤਾ ਹੈ। ਨੰਬਰ 3, ਖੱਬੇ ਪੱਖੀ ਵਿਚਾਰਧਾਰਾ ਦੇ ਮੁਰੀਦਾਂ ਨੇ ਇਹ ਸਿਧਾਂਤਕ ਪਾਪ ਮੁੱਖ ਰੂਪ ਵਿੱਚ ਸਿੱਖ ਧਰਮ ਤੇ ਸਿੱਖ ਕੌਮ ਪ੍ਰਤੀ ਅੰਨੇ ਵਿਰੋਧ ਤੇ ਤੰਗ ਨਜ਼ਰੀਏ ਦੇ ਰੋਗੀ ਜਜ਼ਬੇ ਵਿੱਚੋਂ ਕੀਤਾ ਹੈ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 32ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।